ਸਤਿ ਸ੍ਰੀ ਅਕਾਲ। ਜਸ ਪੰਜਾਬੀ ਵੇਖਣ ਵਾਲੇ ਸਾਡੇ ਸਾਰੇ ਦਰਸ਼ਕਾਂ ਦਾ ਮੈਂ ਜਸਮੀਤ ਕੌਰ ਸਵਾਗਤ ਕਰਦੀ ਹਾਂ। ਲੈ ਕੇ ਹਾਜ਼ਰ ਹਾਂ ਖਾਸ ਪ੍ਰੋਗਰਾਮ ਅੱਜ ਦਾ ਮੁੱਦਾ। ਅੱਜ ਅਸੀਂ ਗੱਲ ਕਰਾਂਗੇ ਉਸ ਅਹੁਦੇ ਦੀ, ਉਸ ਆਨ ਬਾਨ ਸ਼ਾਨ ਦੀ ਜਿਸਨੇ ਕਈ ਹੁਕਮ ਦਿੱਤੇ ਹੋਣ ਪਰ ਅਖੀਰ ਤੇ ਉਸੇ ਦੇ ਹੀ ਨਿੱਜੀ ਸਮਾਨ ਦੀ ਤਲਾਸ਼ੀ ਲਈ ਜਾਵੇ। ਸਭ ਤੋਂ ਪਹਿਲਾਂ ਗ੍ਰਾਫਿਕਸ ਦੇ ਜ਼ਰੀਏ ਸਮਝਦੇ ਹਾਂ ਕਿ ਮੁੱਦਾ ਹੈ ਕੀ। ਅੱਜ ਦਾ ਮੁੱਦਾ ਜੀ ਸੇਵਾ, ਸਮਾਨ ਤੇ ਅਪਮਾਨ। ਗਿਆਨੀ ਰਘਬੀਰ ਸਿੰਘ ਦੇ ਦਾਅਵਿਆਂ ਨੇ ਨਵੀਂ ਚਰਚਾ ਛੇੜੀ ਹੈ। ਸਾਬਕਾ ਜਥੇਦਾਰ ਨੇ ਬਦਸਲੂਕੀ ਦੇ ਇਲਜ਼ਾਮ ਲਗਾਏ ਨੇ। ਘਰ ਸ਼ਿਫਟ ਕਰਨ ਮੌਕੇ ਉਹਨਾਂ ਦੇ ਸਮਾਨ ਦੀ ਤਲਾਸ਼ੀ ਲਈ ਜਾਂਦੇ ਇਲਜ਼ਾਮ ਨੇ। 2 ਦਸੰਬਰ ਦੇ ਫੈਸਲੇ ਕਾਰਨ ਕਾਰਵਾਈ ਕੀਤੀ ਗਈ, ਗਿਆਨੀ ਰਘਬੀਰ ਸਿੰਘ ਨੇ ਆਖਿਆ ਹੈ। ਬਹੁਤ ਪਰੇਸ਼ਾਨ ਕੀਤਾ ਗਿਆ, ਗਿਆਨੀ ਰਘਬੀਰ ਸਿੰਘ ਨੇ ਆਖਿਆ ਕਿ ਬੇਅਦਬੀ ਵਿਰੁੱਧ ਕਾਨੂੰਨ ਦੇ ਸਮਰਥਨ ਤੇ ਕਰਨ ਤੇ ਕਾਰਵਾਈ ਹੋਈ ਹੈ। ਉਹਨਾਂ ਨੇ ਸਮਰਥਨ ਕੀਤਾ ਸੀ ਇਸ ਦਾ। ਹੈਡ ਗ੍ਰੰਥੀ ਦੇ ਵਜੋਂ ਸੇਵਾਵਾਂ ਵੀ ਕੀਤੀਆਂ ਗਈਆਂ, ਸਬਰੀ ਸੇਵਾਵਾਂ ਖਤਮ ਕੀਤੀਆਂ ਗਈਆਂ ਸੀ। ਦੂਜੇ ਪਾਸੇ ਐਸਜੀਪੀਸੀ ਦਾ ਕਹਿਣਾ ਹੈ ਕਿ ਗਿਆਨੀ ਰਘਬੀਰ ਸਿੰਘ ਨਾਲ ਕੁਝ ਗਲਤ ਨਹੀਂ ਕੀਤਾ ਗਿਆ, ਇੱਕ ਪ੍ਰੋਸੀਜਰ ਹੀ ਫੋਲੋ ਕੀਤਾ ਗਿਆ ਹੈ। ਤਾਂ ਸਾਡਾ ਅੱਜ ਦਾ ਮੁੱਦਾ ਇਸੇ ਤੇ ਹੈ, ਸੇਵਾ, ਸਮਾਨ ਤੇ ਅਪਮਾਨ ਤੇ ਕੀ ਕੁਝ ਚੈੱਕ ਕੀਤਾ ਗਿਆ। ਦੋਸਤੋ, ਅਸੀਂ ਅੱਜ ਜਿਸ ਟੌਪਿਕ ਤੇ ਗੱਲ ਕਰਨ ਜਾ ਰਹੇ ਹਾਂ ਉਹ ਇੱਕ ਸੰਵੇਦਨਸ਼ੀਲ ਮੁੱਦਾ ਹੈ, ਸ਼ਾਨ ਦਾ ਮੁੱਦਾ ਹੈ। ਸਾਡਾ ਪ੍ਰੋਗਰਾਮ ਇਸ ਵੇਲੇ ਲਾਈਵ ਹੈ, ਤੁਸੀਂ ਪ੍ਰੋਗਰਾਮ 'ਚ ਜੁੜ ਸਕਦੇ ਹੋ। ਸਾਡੇ ਨੰਬਰਸ ਇਸ ਵੇਲੇ ਤੁਹਾਡੀ ਟੀਵੀ ਸਕਰੀਨ ਤੇ ਫਲੈਸ਼ ਹੋ ਰਹੇ ਨੇ। ਇਹਨਾਂ ਨੰਬਰਸ ਤੇ ਤੁਸੀਂ ਕਾਲ ਕਰਨੀ ਹੈ ਤੇ ਆਪਣੀ ਰਾਏ ਤੁਸੀਂ ਸਾਡੇ ਨਾਲ ਸਾਂਝੀ ਕਰਨੀ ਹੈ। ਉਹ ਜਥੇਦਾਰ ਜਿਨ੍ਹਾਂ ਨੂੰ ਨਿਯੁਕਤੀ ਦੇ ਵੇਲੇ ਤਾਂ ਅਸੀਂ ਹਾਥੀਆਂ ਤੇ ਬਿਠਾ ਕੇ ਲੈ ਕੇ ਆਉਨੇ ਤੇ ਪਰ ਕੀ ਜਾਣ ਵੇਲੇ ਉਹਨਾਂ ਦੇ ਨਿੱਜੀ ਬਕਸਿਆਂ ਦੀ ਤਲਾਸ਼ੀ ਵੀ ਲਈ ਜਾਂਦੀ ਹੈ। ਸਾਡੀ ਕੌਮ ਦੀ ਸ਼ਾਨ ਨਾਲ ਅਜਿਹਾ ਕਰਨਾ ਕੀ ਸਹੀ ਹੈ? ਕਿ ਜਥੇਦਾਰਾਂ ਦੀ ਸਿਰਫ ਇੰਨੀ ਕੁ ਹੀ ਇੱਜ਼ਤ ਹੈ? ਸਵਾਲ ਇਹ ਹੈ ਕਿ ਇਹ ਸਭ ਦੇਖ ਕੇ ਖੂਨ ਨਹੀਂ ਖੋਲਦਾ ਕਿ ਉਹ ਜਥੇਦਾਰ ਜਿਸਨੇ 35 ਸਾਲ ਸੇਵਾਵਾਂ ਦਿੱਤੀਆਂ, ਕੁਝ ਸਮਾਂ ਜਥੇਦਾਰ ਰਹੇ, ਹੈਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਦੇ ਵਜੋਂ ਸੇਵਾਵਾਂ ਨਿਭਾਉਂਦੇ ਰਹੇ, ਉਥੋਂ ਦੇ ਕੁਆਟਰ ਦੇ ਵਿੱਚ ਸੀ। ਜਦੋਂ ਸੇਵਾਵਾਂ ਖਤਮ ਹੋਈਆਂ ਤਾਂ ਉਹਨਾਂ ਨੇ ਆਪਣਾ ਘਰ ਜਦੋਂ ਸ਼ਿਫਟ ਕਰਨਾ ਸੀ, ਜਦੋਂ ਉਹਨਾਂ ਨੇ ਆਪਣਾ ਸਮਾਨ ਲਿਜਾਉਣਾ ਚਾਹਿਆ ਤਾਂ ਉਸ ਸਮਾਨ ਨੂੰ ਖੋਲ ਕੇ ਚੈੱਕ ਕੀਤਾ ਗਿਆ। ਨਿੱਜੀ ਸਮਾਨ ਨੂੰ ਖੋਲ ਕੇ ਚੈੱਕ ਕੀਤਾ ਗਿਆ। ਅਜਿਹਾ ਗਿਆਨੀ ਰਘਬੀਰ ਸਿੰਘ ਨੇ ਦੱਸਿਆ ਹੈ। ਉਹਨਾਂ ਇਲਜ਼ਾਮ ਲਾਏ ਕਿ ਅਜਿਹਾ ਜਾਣ ਬੁੱਝ ਕੇ ਕੀਤਾ ਗਿਆ, ਅਜਿਹਾ ਸੁਖਬੀਰ ਬਾਦਲ ਦੇ ਇਸ਼ਾਰੇ ਤੇ ਕੀਤਾ ਗਿਆ, ਕਿਉਂਕਿ 2 ਦਸੰਬਰ ਦਾ ਫੈਸਲਾ ਉਹਨਾਂ ਨੇ ਸੁਣਾਇਆ ਸੀ ਅਤੇ ਨਾਲ ਹੀ ਬੇਅਦਬੀ ਕਾਨੂੰਨ ਦੀ ਹਮਾਇਤ ਕੀਤੀ ਸੀ। ਇਸੇ ਕਾਰਨ ਐਸਜੀਪੀਸੀ ਦੇ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ। ਕਿ ਵਾਕਿਆ ਹੀ ਐਸਜੀਪੀਸੀ ਨੇ ਜੋ ਕਾਰਵਾਈ ਕੀਤੀ ਹੈ ਉਸ ਨੂੰ ਤੁਸੀਂ ਕਿਵੇਂ ਦੇਖਦੇ ਹੋ? ਕਿ ਐਸਜੀਪੀਸੀ ਅਜਿਹਾ ਕਰ ਸਕਦੀ ਹੈ? ਹਾਂ, ਕੁਝ ਬਿਜਲੀ ਦਾ ਫਿਟਿੰਗ ਜਾਂ ਕੁਝ ਹੋਰ ਚੀਜ਼ਾਂ ਜਿਹੜੀਆਂ ਉੱਥੇ ਲੱਗੀਆਂ ਹੁੰਦੀਆਂ ਨੇ, ਉਹ ਫਰਨੀਚਰ ਵਗੈਰਾ ਦੇਖਣਾ ਉਹ ਰੂਲ ਬੁੱਕ ਦੇ ਵਿੱਚ ਹੈ, ਪਰ ਨਿੱਜੀ ਸਮਾਨ ਦੀ ਚੈਕਿੰਗ ਕਰਨਾ ਰੂਲ ਬੁੱਕ ਦੇ ਵਿੱਚ ਨਹੀਂ ਹੈ। ਇਹ ਕਿਸ ਤਰ੍ਹਾਂ ਦੀ ਸ਼ਾਨ ਹੈ ਜੋ ਅਸੀਂ ਜਥੇਦਾਰ ਸਾਹਿਬ ਦੀ ਦਿਖਾ ਰਹੇ ਹਾਂ? ਕਿ ਅਜਿਹਾ ਐਸਜੀਪੀਸੀ ਦੇ ਮੁਲਾਜ਼ਮਾਂ ਨੂੰ ਕਰਨਾ ਚਾਹੀਦਾ ਸੀ? ਅੱਜ ਸਿਰਫ ਇੱਕ ਸਮਾਨ ਨਹੀਂ ਫਰੋਲਿਆ ਗਿਆ, ਅੱਜ ਇੱਕ ਜਥੇਦਾਰ ਨੂੰ ਸ਼ਰੇਆਮ ਉਸ ਨੂੰ ਬੇਇੱਜ਼ਤ ਕੀਤਾ ਗਿਆ। ਕਿ ਇਹ ਗਲਤ ਨਹੀਂ? ਗਿਆਨੀ ਰਘਬੀਰ ਸਿੰਘ ਜੀ, ਜਿਨ੍ਹਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਕੌਮ ਨੂੰ ਹੁਕਮ ਦਿੱਤੇ, ਉਹ ਜਥੇਦਾਰ ਸਾਹਿਬ ਜੋ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਕੌਮ ਨੂੰ ਹੁਕਮ ਸੁਣਾਉਂਦੇ ਰਹੇ ਨੇ, ਲੀਡਰਾਂ ਨੂੰ ਤਲਬ ਕਰਕੇ ਸਜ਼ਾਵਾਂ ਲਾਉਂਦੇ ਰਹੇ ਨੇ, ਅੱਜ ਉਸੇ ਹੀ ਜਥੇਦਾਰ ਨੂੰ ਜਦੋਂ ਉਹਨਾਂ ਦੀਆਂ ਸੇਵਾਵਾਂ ਖਤਮ ਕਰ ਦਿੱਤੀਆਂ ਗਈਆਂ, ਸੇਵਾਵਾਂ ਵੀ ਜਲਦੀ ਖਤਮ ਕੀਤੀਆਂ ਗਈਆਂ ਸੀ, ਸਬਰੀ ਖਤਮ ਕੀਤੀਆਂ ਗਈਆਂ ਸੀ, ਤੇ ਉਸ ਵਕਤ ਜਦੋਂ ਉਹ ਘਰ ਛੱਡ ਰਹੇ ਸੀ ਤਾਂ ਉਹਨਾਂ ਦੇ ਨਾਲ ਬਦਸਲੂਕੀ ਕੀਤੀ ਗਈ, ਉਹਨਾਂ ਨੂੰ ਬੇਇੱਜ਼ਤ ਕੀਤਾ ਗਿਆ, ਉਹਨਾਂ ਦੇ ਨਿੱਜੀ ਸਮਾਨ ਦੇ ਬਕਸੇ ਫਰੋਲੇ ਗਏ। ਕੀ ਇਹ ਗਲਤ ਨਹੀਂ ਸੀ? ਕੀ ਇਹ ਅਪਮਾਨ ਨਹੀਂ ਸੀ ਕਿ ਇੱਕ ਸੰਸਥਾ ਦਾ ਮੁਖੀ, ਉਹ ਸੰਸਥਾ ਦਾ ਮੁਖੀ ਜੋ ਸਿੱਖਾਂ ਦੇ ਲਈ ਸਰਵਉੱਚ ਹੈ, ਉੱਥੋਂ ਦਾ ਮੁਖੀ ਰਿਹਾ ਹੋਵੇ ਤੇ ਉਸਨੇ ਕੌਮ ਦੇ ਲਈ ਚੰਗੇ ਫੈਸਲੇ ਕੀਤੇ, ਉਸਦੇ ਨਿੱਜੀ ਸਮਾਨ ਦੀ ਤਲਾਸ਼ੀ ਲੈਣਾ ਕੀ ਗੈਰ ਵਾਜਬ ਨਹੀਂ? ਕੀ ਤੁਹਾਨੂੰ ਇਹ ਸਹੀ ਲੱਗਿਆ ਕਿ ਕਿਸੇ ਜਥੇਦਾਰ ਦਾ ਸਮਾਨ ਚੈੱਕ ਕੀਤਾ ਜਾਵੇ? ਤੁਹਾਨੂੰ ਕੀ ਇਹ ਗਲਤ ਨਹੀਂ ਲੱਗਿਆ? ਤੁਸੀਂ ਇਹ ਦੱਸਣਾ ਹੈ।
ਕਿ ਤੁਹਾਨੂੰ ਇਸ ਦੇ ਵਿੱਚ ਸਹੀ ਲੱਗਿਆ ਕਿ ਗਲਤ ਲੱਗਿਆ। ਕਿਉਂਕਿ ਐਸਜੀਪੀਸੀ ਕਹਿੰਦੀ ਹੈ ਜੀ ਅਸੀਂ ਅਜਿਹਾ ਕੁਝ ਨਹੀਂ ਕੀਤਾ, ਜੋ ਪ੍ਰੋਟੋਕੋਲ ਹੈ ਉਹ ਫੋਲੋ ਕੀਤਾ, ਤਾਂ ਫਿਰ ਕੀ ਗਿਆਨੀ ਸਾਹਿਬ ਝੂਠ ਬੋਲ ਰਹੇ ਨੇ? ਸਵਾਲ ਇਹ ਖੜਾ ਹੋ ਰਿਹਾ ਹੈ। ਤੁਸੀਂ ਵੀ ਆਪਣੀ ਰਾਏ ਹੈ ਜਿਹੜੀ ਸਪਸ਼ਟ ਤੌਰ ਤੇ ਰੱਖ ਸਕਦੇ ਹੋ, ਤਦ ਹੀ ਪਤਾ ਚੱਲੇਗਾ ਕਿ ਲੋਕ ਕੀ ਸੋਚਦੇ ਨੇ, ਲੋਕ ਜਥੇਦਾਰ ਸਾਹਿਬਾਂ ਦੀ ਕਿੰਨੀ ਕੁ ਇੱਜ਼ਤ ਕਰਦੇ ਨੇ। ਇਹ ਸਵਾਲ ਹੈ ਆਮ ਜਨਤਾ ਦੇ ਲਈ ਕਿ ਉਹ ਜਥੇਦਾਰ ਜੋ ਕੌਮ ਨੂੰ ਸੰਦੇਸ਼ ਸੁਣਾਉਂਦੇ ਨੇ, ਕੌਮ ਨੂੰ ਹੁਕਮ ਦਿੰਦੇ ਨੇ, ਅੱਜ ਉਹਨਾਂ ਦੇ ਲਈ ਕੌਮ ਕੀ ਸੋਚਦੀ ਹੈ, ਕੌਮ ਕੀ ਕਹਿੰਦੀ ਹੈ, ਕੌਮ ਉਹਨਾਂ ਦੇ ਲਈ ਖੜੀ ਹੁੰਦੀ ਹੈ ਜਾਂ ਫਿਰ ਨਹੀਂ ਹੁੰਦੀ, ਕੌਮ ਕੀ ਕਹਿੰਦੀ ਹੈ, ਇਹ ਵੇਖਣਾ ਬੇਹੱਦ ਦਿਲਚਸਪ ਬਣਿਆ ਹੋਇਆ ਹੈ। ਹੁਣ ਇਹ ਵੇਖਿਆ ਜਾਵੇ ਕਿ ਜਥੇਦਾਰ ਤੇ ਕੱਪੜਿਆਂ ਚੋਂ ਕੋਈ ਚੋਰੀ ਕੀਤਾ ਹੋਇਆ ਸਮਾਨ ਲੱਭਿਆ ਐਸਜੀਪੀਸੀ, ਤਾਂ ਫਿਰ ਦੱਸਣਾ ਬਣਦਾ ਸੀ ਜੇਕਰ ਸਮਾਨ ਦੀ ਤਲਾਸ਼ੀ ਲਈ ਸੀ ਕਿ ਚੋਰੀ ਕੀਤਾ ਹੋਇਆ ਸਮਾਨ ਲੱਭਿਆ ਜਾਂ ਫਿਰ ਨਹੀਂ। ਕੀ ਲੱਭਣਾ ਚਾਹੁੰਦੇ ਸੀ? ਚੋਰੀ ਕੀਤਾ ਹੋਇਆ ਸਮਾਨ, ਜਾਂ ਫਿਰ ਆਪਣੇ ਪਾਪਾ ਦਾ ਡਰ ਸੀ ਉਹਨਾਂ ਨੂੰ ਕਿ ਅਸੀਂ ਜੋ ਕੀਤਾ ਹੈ ਕਿਤੇ ਉਹ ਨਾ ਬਾਹਰ ਉਜਾਗਰ ਹੋ ਜਾਏ। ਪਰ ਕੱਪੜਿਆਂ ਦੇ ਵਿੱਚ ਕੀ ਸੀ? ਕਿ ਅਸੀਂ ਇੰਨੇ ਗਿਰ ਚੁੱਕੇ ਹਾਂ ਕਿ ਆਪਣੀ ਕੌਮ ਦੇ ਜਰਨੈਲਾਂ ਨੂੰ ਵੀ ਚੋਰਾਂ ਵਾਂਗ ਟ੍ਰੀਟ ਕਰਾਂਗੇ। ਇਹ ਸਵਾਲ ਖੜਾ ਹੋ ਰਿਹਾ ਹੈ ਕਿ ਜਥੇਦਾਰ ਗਿਆਨੀ ਰਘਬੀਰ ਸਿੰਘ, ਸਾਬਕਾ ਜਥੇਦਾਰ, ਜਿਨ੍ਹਾਂ ਨੇ ਸੇਵਾਵਾਂ ਦਿੱਤੀਆਂ ਜਥੇਦਾਰ ਦੇ ਵਜੋਂ, ਹੈਡ ਗ੍ਰੰਥੀ ਦੇ ਵਜੋਂ, ਕੀ ਉਹ ਐਸਜੀਪੀਸੀ ਦੇ ਮੁਲਾਜ਼ਮਾਂ ਨੂੰ ਜਾਂ ਐਸਜੀਪੀਸੀ ਨੂੰ ਚੋਰ ਲੱਗੇ? ਇਹ ਸ਼ਰਮ ਦੀ ਗੱਲ ਨਹੀਂ ਹੈ ਕਿ ਇੱਕ ਕੌਮ ਦਾ ਜਥੇਦਾਰ ਰਿਹਾ ਹੋਵੇ, ਉਸਨੇ ਵੱਡੇ ਵੱਡੇ ਫੈਸਲੇ ਸੁਣਾਏ ਹੋਣ ਤੇ ਵੱਡੇ ਵੱਡੇ ਲੀਡਰਾਂ ਨੂੰ ਤਨਖਾਹ ਲਾਈ ਹੋਵੇ, ਉਸ ਲੀਡਰ ਦੇ, ਉਸ ਜਥੇਦਾਰ ਦੇ ਨਾਲ ਅਜਿਹਾ ਸਲੂਕ ਕੀ ਸ਼ੋਭਾ ਦਿੰਦਾ ਹੈ? ਇਹ ਸਵਾਲ ਹੈ ਸਾਡਾ ਅੱਜ ਤੱਕ। ਤੇ ਜਥੇਦਾਰ ਸਾਹਿਬ ਤੇ ਵਜੋਂ ਸੇਵਾਵਾਂ ਉਹਨਾਂ ਨੇ ਕਰੀਬ 4.5 ਸਾਲ ਤੱਕ ਨਿਭਾਈਆਂ। ਫਿਰ ਉਹਨਾਂ ਨੇ ਹੈਡ ਗ੍ਰੰਥ ਦੀ ਸੇਵਾਵਾਂ ਦੇ ਰਹੇ ਸੀ ਤਾਂ ਐਸਜੀਪੀਸੀ ਤੇ ਕਈ ਇਲਜ਼ਾਮ ਉਹਨਾਂ ਨੇ ਲਾਏ ਤੇ ਪ੍ਰੂਫ ਕੋਈ ਦਿੱਤਾ ਨਹੀਂ, ਤਾਂ ਐਸਜੀਪੀਸੀ ਨੇ ਉਹਨਾਂ ਨੂੰ ਜ਼ਬਰੀ ਜਿਹੜਾ ਹੈ ਉਸ ਅਹੁਦੇ ਤੋਂ ਹਟਾ ਦਿੱਤਾ ਸੀ। ਇਹ ਤਾਂ ਸਾਰਾ ਰੌਲਾ ਹੈ। ਹੁਣ ਜਿਹੜਾ ਹੈ ਲੋਕਾਂ ਦਾ ਨਵਾਂ ਵਿਧਾਨ ਪ੍ਰਧਾਨ ਧਾਮੀ ਵੱਲੋਂ ਨਵਾਂ ਫਰਮਾਨ ਕਿ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਇਹ ਸਭ ਕੁਝ ਕਰਕੇ ਕਹਿ ਗਏ ਨੇ ਕਿ ਐਸਜੀਪੀਸੀ ਘਿਰ ਗਈ ਹੈ, ਕਿ ਸੁਖਬੀਰ ਸਿੰਘ ਬਾਦਲ ਘਿਰ ਗਏ ਨੇ, ਕਿ ਸਭ ਕੁਝ ਸੁਖਬੀਰ ਬਾਦਲ ਦੇ ਇਸ਼ਾਰੇ ਤੇ ਹੋਇਆ। ਸਵਾਲ ਇਹ ਖੜਾ ਹੁੰਦਾ ਹੈ ਕਿ ਆਖਿਰਕਾਰ ਕਿਉਂ ਅਜਿਹਾ ਕਿਉਂ ਕੀਤਾ ਗਿਆ, ਕਿਸ ਦੇ ਕਹਿਣ ਤੇ ਕੀਤਾ ਗਿਆ? ਜਿਸ ਜਥੇਦਾਰ ਦੇ ਵੱਲੋਂ ਸੁਖਬੀਰ ਬਾਦਲ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ, ਕਿ ਅੱਜ ਉਸੇ ਦੀ ਪੱਗ ਨੂੰ ਹੱਥ ਪਾ ਕੇ ਬਦਲਾ ਲਿਆ ਗਿਆ। ਸਵਾਲ ਇਹ ਬਹੁਤ ਵੱਡਾ ਹੈ ਔਰ ਕਈਆਂ ਨੂੰ ਚੁੱਪਾਂ ਵੀ ਲੱਗੇਗਾ, ਜਾਂ ਫਿਰ ਸਿਰਫ ਸੁਖਬੀਰ ਬਾਦਲ ਦਾ ਨਾਮ ਹੀ ਹੈ, ਐਸਜੀਪੀਸੀ ਖੁਦ ਇਹ ਸਭ ਕੁਝ ਕਰ ਰਹੀ ਹੈ, ਔਰ ਐਸਜੀਪੀਸੀ ਅਜਿਹਾ ਕਿਉਂ ਕਰ ਰਹੀ ਹੈ? ਜਵਾਬ ਐਸਜੀਪੀਸੀ ਨੂੰ ਦੇਣਾ ਪਏਗਾ। ਜਦੋਂ 328 ਸਰੂਪ ਗਾਇਬ ਹੋਏ ਉਦੋਂ ਕਿਸੇ ਅਧਿਕਾਰੀ ਦੀ ਜੇਬ ਕਿਉਂ ਨਹੀਂ ਫਰੋਲੀ ਗਈ? ਜਥੇਦਾਰ ਸਾਹਿਬ ਦਾ ਨਿੱਜੀ ਸਮਾਨ ਕਿਉਂ ਫਰੋਲਿਆ ਗਿਆ? ਸਵਾਲ ਇਹ ਵੀ ਹੈ ਕਿ ਅੱਜ ਜਥੇਦਾਰ ਦੇ ਨਿੱਜੀ ਸਮਾਨ ਤੇ ਨਿਗਾਹ ਕਿਉਂ ਸੀ? ਜਦੋਂ 328 ਸਰੂਪ ਚੋਰੀ ਹੋਏ, ਜਦੋਂ ਐਸਜੀਪੀਸੀ ਪ੍ਰਧਾਨ ਕਹਿੰਦੇ ਨੇ ਕਿ ਮਾਇਆ ਦੇ ਲੈਣ ਦੇਣ ਨੂੰ ਲੈ ਕੇ ਰੌਲਾ ਹੈ, ਸਰੂਪ ਚੋਰੀ ਨਹੀਂ ਹੋਏ, ਤਦ ਜਾ ਕੇ ਕਾਰਪੋਰੇਟਸ ਦੀ ਜਿਨ੍ਹਾਂ ਤੇ ਦੋਸ਼ ਆ ਰਿਹਾ ਸੀ ਉਹਨਾਂ ਲੋਕਾਂ ਦੀਆਂ ਜੇਬਾਂ, ਉਹਨਾਂ ਲੋਕਾਂ ਦਾ ਨਿੱਜੀ ਸਮਾਨ ਤੁਸੀਂ ਕਿਉਂ ਨਹੀਂ ਫਰੋਲਿਆ ਭਾਈ? ਸਵਾਲ ਇਹ ਵੀ ਹੈ ਕਿ ਐਸਜੀਪੀਸੀ ਹੁਣ ਗੁਰੂ ਦੀ ਸੰਸਥਾ ਹੈ ਜਾਂ ਫਿਰ ਬਾਦਲ ਪਰਿਵਾਰ ਦੀ ਪ੍ਰਾਈਵੇਟ ਡਿਟੈਕਟਿਵ ਏਜੰਸੀ ਬਣ ਗਈ ਹੈ? ਕਿਉਂਕਿ ਜਥੇਦਾਰ ਸਾਹਿਬ ਨੇ, ਸਾਬਕਾ ਜਥੇਦਾਰ ਸਾਹਿਬ ਨੇ ਇਲਜ਼ਾਮ ਲਾਏ ਨੇ ਕਿ ਉਹਨਾਂ ਦੀ ਜਾਸੂਸੀ ਕਰਵਾਈ ਜਾ ਰਹੀ ਹੈ। ਇਸੇ ਤਰ੍ਹਾਂ ਦੇ ਇਲਜ਼ਾਮ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਦੇ ਵੱਲੋਂ ਵੀ ਲਗਾਏ ਗਏ ਸੀ ਕਿ ਉਹਨਾਂ ਦੀ ਜਾਸੂਸੀ ਕਰਵਾਈ ਜਾ ਰਹੀ ਹੈ। ਹੁਣ ਗਿਆਨੀ ਰਘਬੀਰ ਸਿੰਘ ਦੇ ਵੱਲੋਂ ਇਹ ਇਲਜ਼ਾਮ ਨੇ ਕਿ ਅੱਜ ਉਸ ਹਰ ਸਿੱਖ ਨੂੰ ਸ਼ਰਮ ਨਹੀਂ ਆਉਣੀ ਚਾਹੀਦੀ ਜੋ ਸਭ ਕੁਝ ਦੇਖ ਕੇ ਚੁੱਪ ਬੈਠਾ ਹੈ ਕਿ ਤੁਹਾਡੀ ਜ਼ਮੀਰ ਮਰ ਚੁੱਕੀ ਹੈ, ਤੁਸੀਂ ਨਹੀਂ ਬੋਲੋਗੇ। ਕਿ ਆਉਂਦੇ ਵੇਲੇ ਤਾਂ ਜਥੇਦਾਰ ਸਾਹਿਬਾਨਾਂ ਨੂੰ ਹਾਥੀਆਂ ਤੇ ਬਿਠਾ ਕੇ ਢੋਲ ਨਗਾੜਿਆਂ ਦੇ ਨਾਲ ਲਿਆਂਦਾ ਜਾਂਦਾ, ਤੇ ਜਾਂਦੇ ਵੇਲੇ ਅਸੀਂ ਆਹ ਸਲੂਕ ਕਰਦੇ ਹਾਂ ਕਿ ਉਹਨਾਂ ਦਾ ਨਿੱਜੀ ਸਮਾਨ ਚੈੱਕ ਕਰ ਲੈਂਦੇ ਹਾਂ। ਕਿ ਇਹ ਸਹੀ ਹੈ, ਕਿ ਇਹ ਗਲਤ ਹੈ, ਕਿ ਜਥੇਦਾਰ ਸਾਹਿਬ ਚੋਰ ਸੀ ਜਾਂ ਫਿਰ ਐਸਜੀਪੀਸੀ ਕੁਝ ਹੋਰ ਕਰ ਰਹੀ ਹੈ? ਐਸਜੀਪੀਸੀ ਜੇਕਰ ਕੁਝ ਹੋਰ ਕਰਨਾ ਚਾਹੁੰਦੀ ਸੀ ਕਿ ਉਹਨਾਂ ਨੂੰ ਸਿਰਫ ਬੇਇੱਜ਼ਤ ਕਰਨਾ ਚਾਹੁੰਦੀ ਸੀ, ਇਹ ਸੀਗਾ। ਇਹ ਸਭ ਕੁਝ ਕਿਉਂ ਕੀਤਾ ਗਿਆ? ਕਿਹਦੇ ਕਹਿਣ ਤੇ ਕੀਤਾ ਗਿਆ? ਕਿ ਇਹ ਸੁਖਬੀਰ ਬਾਦਲ ਦੇ ਕਹਿਣ ਤੇ ਕੀਤਾ ਗਿਆ? ਕਿਉਂਕਿ ਇਲਜ਼ਾਮ ਨੇ ਕਿ ਐਸਜੀਪੀਸੀ ਬਾਦਲ ਪਰਿਵਾਰਾਂ ਦੇ ਪੋਜੈਸ਼ਨ ਦੇ ਹੇਠ ਹੈ, ਉਹਨਾਂ ਦੇ ਕਬਜ਼ੇ ਹੇਠ ਹੈ, ਜਾਂ ਫਿਰ ਐਸਜੀਪੀਸੀ ਦੇ ਵੱਲੋਂ ਖੁਦ ਕੀਤਾ ਗਿਆ। ਐਸਜੀਪੀਸੀ ਕਹਿੰਦੀ ਹੈ ਕਿ ਅਸੀਂ ਕੁਝ ਗਲਤ ਨਹੀਂ ਕੀਤਾ,
प्रोटोकॉल फॉलो किया, जो चीज़ां चेक करनी होंदियां ने वो कीतियां, पर निजी समान तुसीं नहीं चेक कर सकदे। निजी समान चेक करना गलत है, ये किसी भी प्रोटोकॉल च नहीं लिखिया होया, किसी भी रूल बुक च नहीं लिखिया होया। घर दी फिटिंग जां उत्थे पिया फर्नीचर तुसीं जरूर चेक कर सकदे सी। जथेदार साहब दा कहना है कि तुसीं निजी समान दी तलाशी लई है, उन्हां दे कपड़ियां दी तलाशी लई है, उन्हां दे कपड़ियां च तुहानूं की मिलिया, जवाब तुहानूं संगत नूं देना पवेगा। फिलहाल एक छोटे ਜਿਹੇ वक्फे दे लई हाज़र। ब्रेक तो बाद ਤੁਹਾਡਾ ਸਵਾਗਤ ਹੈ। ਲਗਾਤਾਰ ਅਸੀਂ ਤੁਹਾਡੇ ਨਾਲ ਜੁੜੇ ਹੋਏ ਹਾਂ, ਤੁਸੀਂ ਵੀ ਸਾਡੇ ਨਾਲ ਜੁੜ ਸਕਦੇ ਹੋ। ਸਾਡਾ ਪ੍ਰੋਗਰਾਮ ਇਸ ਵੇਲੇ ਲਾਈਵ ਹੈ ਜੀ। ਸਾਡੇ ਨੰਬਰ ਤੁਹਾਡੀ ਟੀਵੀ ਸਕਰੀਨ ਤੇ ਫਲੈਸ਼ ਹੋ ਰਹੇ ਨੇ। ਇਹਨਾਂ ਨੰਬਰ ਤੇ ਤੁਸੀਂ ਕਾਲ ਕਰਨੀ ਹੈ ਤੇ ਚੱਲਦੇ ਪ੍ਰੋਗਰਾਮ ਦੇ ਵਿੱਚ ਦੱਸਣਾ ਹੈ, ਆਪਣੀ ਰਾਏ ਦੇਣੀ ਹੈ ਕਿ ਤੁਸੀਂ ਇਸ ਸਭ ਬਾਬਤ ਕੀ ਸੋਚਦੇ ਹੋ। ਤੁਹਾਡੀ ਰਾਏ ਕੀ ਹੈ, ਕਿਉਂਕਿ ਜਨਤਾ ਦੀ ਰਾਏ ਬੇਸ਼ਕੀਮਤੀ ਹੁੰਦੀ ਹੈ ਤੇ ਉਸ ਰਾਏ ਦੇ ਆਧਾਰ ਤੇ ਬਹੁਤ ਕੁਝ ਖੜਾ ਕੀਤਾ ਜਾ ਸਕਦਾ ਹੈ। ਤਾਂ ਮੁੱਦੇ ਤੇ ਵਾਪਸ ਆਵਾਂਗੇ। ਜਥੇਦਾਰ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ, ਉਹ ਸ਼ਖਸ ਜਿਨ੍ਹਾਂ ਨੇ ਕਈ ਲੋਕਾਂ ਨੂੰ ਤਨਖਾਹ ਲਾਈ, ਜਿਨ੍ਹਾਂ ਨੇ ਪਹਿਲਾਂ ਇਹ ਇਲਜ਼ਾਮ ਲਾਏ ਸੀ ਕਿ ਐਸਜੀਪੀਸੀ 'ਚ ਬਹੁਤ ਕੁਝ ਘਪਲੇ ਹੋ ਰਹੇ ਨੇ, ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ। 328 ਰੁਪਏ ਦੇ ਮਾਮਲੇ 'ਚ ਵੀ ਘਪਲਾ ਜਿਹੜਾ ਹੈ, ਭ੍ਰਿਸ਼ਟਾਚਾਰ ਹੋਇਆ। ਸੁੱਕੀਆਂ ਰੋਟੀਆਂ ਤੱਕ ਵੇਚ ਦਿੱਤੀਆਂ ਗਈਆਂ ਲੰਗਰ ਦੀਆਂ। ਦਰਸ਼ਕ ਸਾਡੇ ਨਾਲ ਫੋਨ ਲਾਈਨ ਤੇ ਜੁੜਨਾ ਸ਼ੁਰੂ ਹੋ ਚੁੱਕੇ ਨੇ। ਹੈਲੋ, ਸਤਿ ਸ਼੍ਰੀ ਅਕਾਲ ਜੀ। ਕੌਣ ਬੋਲ ਰਹੇ ਹੋ ਤੇ ਕਿੱਥੋਂ ਬੋਲ ਰਹੇ ਹੋ ਜੀ ਤੁਸੀਂ? ਹਾਂਜੀ ਸਰ, ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਸਭ ਦੇ ਬਾਰੇ? ਹਾਂਜੀ ਹਾਂਜੀ। ਹਮ 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 ਬਿਲਕੁਲ ਬਿਲਕੁਲ ਸਰ, ਇਹ ਚੀਜ਼ਾਂ ਤੇ ਹੈਗੀਆਂ ਨੇ ਕਿ ਉਹਨਾਂ ਨੂੰ ਪਰੇਸ਼ਾਨ ਕੀਤਾ ਗਿਆ, ਉਹਨਾਂ ਦੇ ਸਮਾਨ ਦੀ ਤਲਾਸ਼ੀ ਲਈ ਗਈ। ਉਹਨਾਂ ਨੇ ਇਸ ਨੂੰ ਲੈ ਕੇ ਜਿਹੜੇ ਹੈ ਰੰਜ ਵੀ ਜਤਾਇਆ ਹੈ ਕਿ ਅਜਿਹਾ ਸਭ ਕੁਝ ਹੋਇਆ ਹੈ, ਅਜਿਹਾ ਨਹੀਂ ਹੋਣਾ ਚਾਹੀਦਾ ਸੀ। ਉਹਨਾਂ ਨੇ ਆਪਣਾ ਵੜਪਨ ਵੀ ਦਿਖਾਇਆ ਕਿ ਚਲੋ ਜੋ ਹੋ ਗਿਆ ਉਹ ਕੀ ਕਰ ਸਕਦੇ ਨੇ। ਪਰ ਦੁੱਖ ਹੁੰਦਾ ਹੈ ਜਿਹੜੀਆਂ ਚੀਜ਼ਾਂ ਦੇਖੇ, ਇੱਕ ਸੰਸਥਾ ਦਾ ਕੌਮ ਦਾ ਜਥੇਦਾਰ ਰਿਹਾ ਹੋਵੇ, ਸ੍ਰੀ ਅਕਾਲ ਤਖਤ ਸਾਹਿਬ ਦਾ, ਉਸੇ ਨਾਲ ਅਜਿਹਾ ਬਿਹੇਵੀਅਰ ਕਰਨਾ, ਉਸ ਨੂੰ ਨੀਵਾਂ ਦਿਖਾਉਣਾ, ਜਿਸਨੇ ਕੌਮ ਦੇ ਨਾਮ ਤੇ ਸੰਦੇਸ਼ ਦਿੱਤੇ ਕਿ ਇਹ ਗਲਤ ਨਹੀਂ ਹੈ, ਬਹੁਤ ਗਲਤ ਹੈ। ਅਜਿਹੀਆਂ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ। ਜਿਵੇਂ ਸਾਡੇ ਦਰਸ਼ਕ ਕਹਿ ਰਹੇ ਨੇ ਕਿ ਜਿਹੜਾ ਧਰਮ ਹੈ ਰਾਜਨੀਤੀ ਦੇ ਅੰਦਰ ਆ ਗਿਆ, ਬਿਲਕੁਲ ਇਹ ਸੱਚ ਹੈ, ਪਰ ਅਜਿਹਾ ਹੋਣਾ ਨਹੀਂ ਚਾਹੀਦਾ, ਕਿਉਂਕਿ ਇਸ ਦੇ ਨਾਲ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ। ਜਿਹੜਾ ਹੈ ਰੋਕ ਦਾ ਨਵਾਂ ਵਿਧਾਨ ਪ੍ਰਧਾਨ ਧਾਮੀ ਵੱਲੋਂ ਜਾਰੀ ਫਰਮਾਨ, ਇਹ ਸਵਾਲ ਖੜਾ ਹੁੰਦਾ ਹੈ ਕਿ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਜੇ ਹੁਕਮ ਦਿੱਤੇ, ਜੇਕਰ ਹਰਜਿੰਦਰ ਧਾਮੀ ਨੇ ਅਜਿਹੇ ਹੁਕਮ ਦਿੱਤੇ ਨੇ ਤਾਂ ਕਿਉਂ ਹਰਜਿੰਦਰ ਧਾਮੀ ਦੇ ਵੱਲੋਂ ਜੇ ਹੁਕਮ ਨੇ ਜਿਹੜੇ ਹੋ ਕੀਤੇ ਗਏ? ਅਜਿਹਾ ਕੀ ਹੋਇਆ? ਅਜਿਹਾ ਕੀ ਸੀ ਜੋ ਹਰਜਿੰਦਰ ਸਿੰਘ ਧਾਮੀ ਸਾਬਤ ਕਰਨਾ ਚਾਹੁੰਦੇ ਸੀ? ਇਹ ਸੁਖਬੀਰ ਸਿੰਘ ਬਾਦਲ ਦੇ ਇਸ਼ਾਰੇ ਤੇ ਸਭ ਕੁਝ ਹੋਇਆ ਹੈ ਕਿ ਵਾਕਿਆ ਹੀ ਸੁਖਬੀਰ ਬਾਦਲ ਦੇ ਵੱਲੋਂ ਅਜਿਹਾ ਆਖਿਆ ਗਿਆ ਸੀ? ਦਰਸ਼ਕ ਸਾਡੇ ਨਾਲ ਲਗਾਤਾਰ ਜੁੜੇ ਹੋਏ ਨੇ। ਹੈਲੋ ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਰੇਸ਼ਮ ਸਿੰਘ ਬੋਲਦਾ ਨਿਊਯਾਰਕ ਤੋਂ। ਹਾਂਜੀ ਹਾਂਜੀ, ਤੁਹਾਡਾ ਫੋਨ ਡਿਸਕਨੈਕਟ ਹੋ ਗਿਆ ਸੀ, ਤੁਸੀਂ ਆਪਣੀ ਪਲੀਜ਼ ਗੱਲ ਕੰਪਲੀਟ ਕਰ ਸਕਦੇ ਹੋ। ਮਤਲਬ ਇਸ ਤਰ੍ਹਾਂ ਹੈ, ਫੋਨ ਦੇ ਵਿੱਚ ਕੋਈ ਡਿਸਟਰਬੈਂਸ ਆ ਰਹੀ ਸੀ ਤੇ ਉਹ ਇਸ ਤਰ੍ਹਾਂ ਹੈਗਾ, ਰਾਜਨੀਤੀ ਦਾ ਇੰਨਾ ਗਲਬਾ ਹੋ ਗਿਆ ਧਰਮ ਦੇ ਉੱਤੇ ਕਿ ਮਤਲਬ ਧਰਮ ਦੀ ਹਰ ਗੱਲ ਰਾਜਨੀਤਿਕ ਰੰਗ ਦੇ ਵਿੱਚ ਹੀ ਰੰਗੀ ਜਾਂਦੀ, ਚਾਹੇ ਅਕਾਲ ਤਖਤ ਦਾ ਜਥੇਦਾਰ ਹੋਵੇ, ਚਾਹੇ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਹੋਣ, ਜਾਂ ਦਰਬਾਰ ਸਾਹਿਬ ਦੇ ਮਤਲਬ ਕੋਈ ਵੀ ਕਾਰਜਕਾਰੀ ਜਾਂ ਮੌਜੂਦਾ ਮਤਲਬ ਗ੍ਰੰਥੀ ਸਾਹਿਬਾਨ ਹੋਣ। ਤੇ ਧਰਮ ਦੇ ਅਧੀਨ ਹੋ ਕੇ ਹੀ ਰਾਜਨੀਤੀ ਦੇ ਅਧੀਨ ਹੋ ਕੇ ਹੀ ਸਾਰੇ ਕੰਮ ਕੀਤੇ ਜਾਂਦੇ ਆ। ਤੇ ਜਦੋਂ ਮਤਲਬ ਰਾਜਨੀਤੀ ਤੋਂ ਪਾਸੇ ਹੁੰਦੇ ਆ ਤਾਂ ਮਤਲਬ ਉਹ ਮਤਲਬ ਤੁਸੀਂ ਉਹਦੀ ਕੋਈ ਵੈਲਿਊ ਨਹੀਂ ਰਹਿ ਜਾਂਦੀ। ਤੇ ਤੁਸੀਂ ਦੇਖਿਆ ਹੋਣਾ ਜਿੰਨੇ ਵੀ ਮਤਲਬ ਗ੍ਰੰਥੀ ਹੈੱਡ ਗ੍ਰੰਥੀ ਸਾਹਿਬਾਨ ਜਾਂ ਮਤਲਬ ਦਰਬਾਰ ਸਾਹਿਬ ਅਕਾਲ ਤਖਤ ਦੇ ਜਥੇਦਾਰ ਹੁੰਦੇ, ਜਦੋਂ ਤੋਂ ਉਹਨਾਂ ਨੂੰ ਲਿਆਉਂਦੇ ਆ
ਤਾਂ ਹਾਥੀ ਤੇ ਬਿਠਾਲ ਕੇ ਫੁੱਲਾਂ ਨਾਲ ਲੱਦ ਕੇ ਲਿਆਉਂਦੇ। ਜਦੋਂ ਉਹਨਾਂ ਨੂੰ ਬਾਹਰ ਕੱਢ ਦਿੰਦੇ ਤਾਂ ਮਤਲਬ ਉਹਨਾਂ ਨੂੰ ਮੰਨ ਲਓ ਚਪਲਾਂ ਵੀ ਨਹੀਂ ਨਸੀਬ ਹੋਣੀਆਂ। ਉਹਨਾਂ ਦੀ ਹਰ ਚੀਜ਼ ਇੰਨੀ ਬਰੀਕੀ ਦੇ ਨਾਲ ਜਲੀਲ ਕਰਕੇ ਉਹਨਾਂ ਨੂੰ ਕੱਢਿਆ ਜਾਂਦਾ, ਜਿਹਦਾ ਕੋਈ ਮਤਲਬ ਵੀ ਨਹੀਂ, ਇੰਨੀ ਆਧਾਰ ਵੀ ਨਹੀਂ ਹੁੰਦਾ। ਤੇ ਗੱਲ ਹੈਗੀ ਇਸ ਤਰ੍ਹਾਂ ਧਰਮ ਜਿੰਨਾ ਚਿਰ ਮਤਲਬ ਰਾਜਨੀਤੀ ਧਰਮ ਦੇ ਅਧੀਨ ਚੱਲੇ, ਰਾਜਨੀਤੀ ਚੱਲਦੀ, ਜਦੋਂ ਧਰਮ ਦਾ ਰਾਜਨੀਤੀ ਦੇ ਅਧੀਨ ਆ ਜਾਵੇ ਤਾਂ ਉਹਦੇ ਵਿੱਚ ਗਿਰਾਵਟ ਆ ਜਾਂਦੀ ਆ। ਅੱਜ ਹਰ ਚੀਜ਼ ਮਤਲਬ ਅਸੀਂ ਧਰਮ ਦੀ ਮਤਲਬ ਜਿਹੜੀ ਗੱਲ ਆ ਉਹ ਰਾਜਨੀਤੀ ਦੇ ਅਧੀਨ ਹੋ ਕੇ ਚਲੀ। ਤੁਸੀਂ ਪਿਛਲੇ ਜਿੰਨੇ ਵੀ ਮਤਲਬ ਦਰਬਾਰ ਸਾਹਿਬ ਜਾਂ ਅਕਾਲ ਤਖ਼ਤ ਦੇ ਜਥੇਦਾਰ ਹੋਏ ਆ, ਉਹਨਾਂ ਨੂੰ ਇੰਨਾ ਜਲੀਲ ਕਰਕੇ ਕੱਢਿਆ ਗਿਆ, ਚਾਹੇ ਮਤਲਬ ਜੋਗਿੰਦਰ ਸਿੰਘ ਬਦੰਤੀ ਹੋਣ, ਚਾਹੇ ਤਾਂ ਆਪਣੇ ਤੁਸੀਂ ਹਰਪ੍ਰੀਤ ਸਿੰਘ, ਗਿਆਨੀ ਹਰਪ੍ਰੀਤ ਸਿੰਘ ਹੋਏ, ਉਹ ਤੋਂ ਪਹਿਲਾਂ ਜਾਂ ਮਤਲਬ ਜਿੰਨੇ ਵੀ ਹੋਏ ਆ। ਪਰ ਦੁੱਖ ਦੀ ਗੱਲ ਇਹ ਆ ਵੀ ਜਿਹੜਾ ਵੀ ਕੋਈ ਧਰਮ ਹੈਗਾ ਆ, ਕਿਸੇ ਮੌਕੇ ਇੰਨਾ ਮਤਲਬ ਪ੍ਰਫੁੱਲਤ ਹੁੰਦਾ ਸੀ ਗੁਰੂ ਸਾਹਿਬਾਨਾਂ ਦੇ ਸਮੇਂ ਤੋਂ ਲੈ ਕੇ ਹੁਣ ਤੱਕ, ਪਰ ਹੁਣ ਧਰਮ ਦੀ ਮਤਲਬ ਜਿਹੜੀ ਅਹਿਮੀਅਤ ਬਿਲਕੁਲ ਘੱਟ ਕਰ ਦਿੱਤੀ ਅਸੀਂ ਲੋਕਾਂ ਨੇ। ਕਿਸੇ ਵਕਤ ਬਹੁਤ ਵੈਲਿਊ ਕੀਤੀ ਜਾਂਦੀ ਸੀ ਜਗਤਾਰ ਸਾਹਿਬ ਦੀ। ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ, ਅਕਾਲੀ ਫੂਲਾ ਸਿੰਘ ਜਥੇਦਾਰ ਹੋਇਆ ਕਰਦੇ ਸੀ। ਉਹਨਾਂ ਨੇ ਕੋੜੇ ਮਾਰਨ ਦੀ ਸਜ਼ਾ ਜਿਹੜੀ ਉਹਨਾਂ ਨੂੰ ਸੁਣਾਈ ਸੀ ਮਹਾਰਾਜਾ ਰਣਜੀਤ ਸਿੰਘ। ਹਾਲਾਂਕਿ ਕੋੜੇ ਨਹੀਂ ਸੀ ਮਾਰੇ ਗਏ, ਉਹਨਾਂ ਨੂੰ ਉੱਥੇ ਦਰਖਤ ਨਾਲ ਬੰਨ ਕੇ ਸਜ਼ਾ ਕੰਪਲੀਟ ਕਰਵਾਈ ਗਈ ਸੀ। ਇੱਕ ਰੋਬ ਹੁੰਦਾ ਸੀ ਜਥੇਦਾਰ ਸਾਹਿਬ ਦਾ, ਜੋ ਅੱਜ ਸੰਸਥਾਵਾਂ, ਜੋ ਅੱਜ SGPC ਖਤਮ ਕਰ ਰਹੀ ਹੈ। ਸਰ, ਤੁਹਾਨੂੰ ਲੱਗਦਾ ਹੈ ਕਿ SGPC ਦਾ ਖੁਦ ਦਾ ਫੈਸਲਾ ਜਾਂ ਫਿਰ ਸੁਖਬੀਰ ਬਾਦਲ ਦੇ ਕਹਿਣ ਤੇ ਕੀਤਾ ਗਿਆ? ਇਹ ਤਾਂ ਹੁੰਦਾ ਹੀ ਬਿਲਕੁਲ। ਇਹ ਤਾਂ ਹਰ ਇੱਕ ਨੂੰ ਪਤਾ ਕਿ ਸੁਖਬੀਰ ਬਾਦਲ ਹੀ ਕਰਾ ਰਹੇ। ਜੋ ਵੀ ਹੁਣ ਜਦੋਂ ਮਤਲਬ ਹਰਪ੍ਰੀਤ ਸਿੰਘ ਨੂੰ ਗਾਲਾਂ ਕੱਢੀਆਂ ਜਾਂ ਉਹਦੀ ਜਾਤ ਤੇ ਹਮਲਾ ਕੀਤਾ ਜਾਂ ਉਹਦੇ ਉੱਤੇ ਜਿੰਨੇ ਵੀ ਕੇਸ ਬਣੇ ਸੀਗੇ, ਉਹਨਾਂ ਦਾ ਮੁੜ ਕੇ ਕੋਈ ਲੱਗਾ ਪਤਾ? ਤੁਸੀਂ ਦੇਖਿਆ ਕਦੇ ਮੁੜ ਕੇ ਜਦੋਂ ਉਹਨੂੰ ਉਤਾਰ ਦਿੱਤਾ ਅਕਾਲ ਤਖ਼ਤ ਦੇ ਜਥੇਦਾਰ ਤੋਂ, ਮੁੜ ਕੇ ਕੋਈ ਕੇਸ ਨਹੀਂ ਬਣਿਆ। ਪਹਿਲਾਂ ਉਹਦੀ ਮਤਲਬ ਸਾਡੂ ਨੂੰ ਵੀ ਫੜ ਲਿਆ ਜਾਂਦਾ, ਜਾਲੀ ਜਿਹਾ ਫੜ ਕੇ ਕਿਤੋਂ ਲਿਆ ਕੇ, ਉਹਦੀ ਸਾਲੀ ਨੂੰ ਵੀ ਫੜ ਕੇ ਲੈ ਜਾਂਦਾ। ਹੁਣ ਉਹ ਕਿੱਥੇ ਕੇਸ ਗਏ? ਸਾਰੇ ਇਹੀ ਗੱਲ ਕਹਿੰਦੇ ਆ ਜਿਹੜੇ ਬੈਠੇ ਆ ਬੜੇ ਜਿੰਨਾ ਇਹਨਾਂ ਦਾ ਅਕਾਲੀ ਦਲ ਦਾ ਗਾਲਾਂ ਕੱਢਣ ਵਾਲਾ ਵਿੰਗ ਆ, ਇਹਨਾਂ ਨੇ ਪੂਰਾ ਜ਼ੋਰ ਲਾ ਕੇ ਉਹਨੂੰ ਜਲੀਲ ਕੀਤਾ। ਹੁਣ ਮਤਲਬ ਸਿਰਫ ਤੇ ਸਿਰਫ ਮਤਲਬ ਰਘਵੀਰ ਸਿੰਘ ਦਾ ਇੱਕ ਹੀ ਕਸੂਰ ਸੀ, ਹਰਪ੍ਰੀਤ ਸਿੰਘ ਦਾ ਇੱਕ ਹੀ ਕਸੂਰ ਸੀ ਕਿ ਇਹਨਾਂ ਨੇ 2 ਦਸੰਬਰ ਦਾ ਜਿਹੜਾ ਫੈਸਲਾ ਲਾਗੂ ਕੀਤਾ ਸੀ। ਜੇ ਤਾਂ ਇਹ ਮਤਲਬ ਉਹਨਾਂ ਦੇ ਕਹਿਣ ਤੇ ਸੁਖਬੀਰ ਬਾਦਲ ਤੇ ਵਿਰਸਾ ਸਿੰਘ ਬਲਟੋਹਾ ਜਾਂ ਉਹਨਾਂ ਦਾ ਜੋ ਵੀ ਵਿੰਗ ਆ, ਉਹ ਕਹਿੰਦੇ ਸੀ ਤੁਸੀਂ ਇੱਕ ਬਿਆਨ ਦਿਓ ਕਿ ਜੋ 2 ਦਸੰਬਰ ਦਾ ਫੈਸਲਾ ਅਸੀਂ ਦਿੱਤਾ ਇਹ ਭਾਜਪਾ ਦੇ ਕਹਿਣ ਤੇ ਦਿੱਤਾ, ਤਾਂ ਫਿਰ ਤੇ ਇਹਨਾਂ ਨੂੰ ਮਤਲਬ ਜਿੰਨਾ ਚਿਰ ਮਰਜ਼ੀ ਕਹਿੰਦੇ ਤੁਹਾਨੂੰ ਅਸੀਂ ਜਿੰਨਾ ਚਿਰ ਤੁਸੀਂ ਰਹੋ ਚਾਹੋ ਤੇ ਤੁਸੀਂ ਅਕਾਲ ਤਖ਼ਤ ਦੇ ਜਥੇਦਾਰ ਜਾਂ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਰਹਿ ਸਕਦੇ ਹੋ। ਗਿਆਨੀ ਰਘਵੀਰ ਸਿੰਘ ਕਹਿੰਦੇ ਕਿ ਮੈਂ ਇਹ ਗੱਲ ਨਹੀਂ ਕਹਿ ਸਕਦਾ ਕਿਉਂਕਿ ਜੋ ਅਸੀਂ ਫੈਸਲਾ ਦਿੱਤਾ ਅਸੀਂ ਮਤਲਬ ਆਪਣੀ ਸਰਬਸੰਮਤੀ ਨਾਲ ਦਿੱਤਾ। ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੁੱਖ ਰੱਖ ਕੇ ਦਿੱਤਾ, ਅਸੀਂ ਧਰਮ ਨੂੰ ਮੁੱਖ ਰੱਖ ਕੇ ਦਿੱਤਾ, ਕਿਸੇ ਵੀ ਰਾਜਨੀਤੀ ਤੋਂ ਪ੍ਰੇਰਿਤ ਹੋ ਕੇ ਨਹੀਂ ਦਿੱਤਾ। ਪਰ ਉਹ ਕਹਿੰਦੇ ਤੁਸੀਂ ਤੁਹਾਨੂੰ ਇਹ ਫੈਸਲਾ ਦੇਣਾ ਪਏਗਾ ਕਿਉਂਕਿ ਉਹ ਮਤਲਬ ਜਿਹੜੀ ਅਕਾਲੀ ਦਲ ਦੇ ਉੱਤੇ ਉਹਨਾਂ ਦਾ ਆਪਣਾ ਹੋਲਡ ਹੈ ਉਹ ਛੱਡਣਾ ਨਹੀਂ ਚਾਹੁੰਦੇ। ਤੇ ਉਹ ਜਿਹੜਾ ਅਕਾਲੀ ਦਲ ਦਾ ਮਤਲਬ ਰਾਜਨੀਤਿਕ ਵਿੰਗ ਆ ਉਹ ਸਿਰਫ ਤੇ ਸਿਰਫ ਧਰਮ ਨੂੰ ਮਤਲਬ ਆਪਣੇ ਆਧਾਰ ਤੇ ਚਲਾਉਣਾ ਚਾਹੁੰਦਾ। ਜਾਂ ਅੱਜ ਤੱਕ ਜਿੰਨੇ ਵੀ ਬੈਠੇ ਆ ਜਾਂ ਕੱਲ ਨੂੰ ਵੀ ਬੈਠਣਗੇ, ਜ਼ਿਆਦਾ ਤੁਸੀਂ ਮਤਲਬ ਜਿਹੜੇ ਅਕਾਲੀ ਦਲ ਦੇ ਮਤਲਬ ਰਾਜਨੀਤਿਕ ਬੰਦੇ ਆ, ਜ਼ਿਆਦਾ ਤੁਸੀਂ ਉਹਨਾਂ ਦੇ ਚਮਚੇ ਬਣ ਜਾਓ ਜਾਂ ਉਹਨਾਂ ਦੇ ਗੁਲਾਮ ਬਣ ਜਾਓ, ਤੁਹਾਨੂੰ ਨਹੀਂ ਤਾਂ ਉੱਥੇ ਟਿਕਣਾ ਬਹੁਤ ਮੁਸ਼ਕਲ ਹੋ ਜਾਊਗਾ। ਮੁੱਦਾ ਲਿਆਉਣੇ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਵੈਰੀ ਮਚ। ਓਕੇ, ਬਹੁਤ ਸ਼ੁਕਰੀਆ ਸਰ, ਬਹੁਤ ਸ਼ੁਕਰੀਆ ਤੁਸੀਂ ਸਮਾਂ ਕੱਢਿਆ ਪ੍ਰੋਗਰਾਮ ਦੇ ਲਈ, ਤੁਸੀਂ ਸਾਡੇ ਨਾਲ ਜੁੜੇ, ਤੁਸੀਂ ਆਪਣੀ ਬੇਸ਼ਕੀਮਤੀ ਰਾਏ ਸਾਂਝੀ ਕੀਤੀ। ਤੇ ਸਾਡੇ ਨਾਲ ਜੋ ਦਰਸ਼ਕ ਰੇਸ਼ਮ ਸਿੰਘ ਜੀ ਹੁਣੇ ਜੁੜੇ ਸੀ, ਉਹਨਾਂ ਦਾ ਕਹਿਣਾ ਸੀ ਕਿ ਧਰਮ ਦੇ ਉੱਪਰ ਰਾਜਨੀਤੀ ਦਾ ਕਬਜ਼ਾ ਹੋ ਗਿਆ ਹੈ। ਜਿੰਨਾ ਚਿਰ ਰਾਜਨੀਤੀ ਧਰਮ ਨੂੰ ਦਬਾਉਂਦੀ ਰਹੇਗੀ ਉਹਨਾਂ ਚਿਰ ਅਜਿਹੀਆਂ ਚੀਜ਼ਾਂ ਹੁੰਦੀਆਂ ਰਹਿਣਗੀਆਂ। ਤੇ ਦੁੱਖ ਦੀ ਗੱਲ ਹੈ ਕਿ ਇੱਕ ਸਾਬਕਾ ਜਥੇਦਾਰ ਦੇ ਨਾਲ ਅਜਿਹਾ ਕੀਤਾ ਗਿਆ। ਉਹ ਜਥੇਦਾਰ ਜੋ ਕੌਮ ਦੀ ਸ਼ਾਨ ਹੁੰਦੇ ਨੇ, ਆਨ ਬਾਨ ਸ਼ਾਨ ਹੁੰਦੇ ਨੇ, ਜਿਨ੍ਹਾਂ ਦਾ ਹਰ ਫੈਸਲਾ ਕੌਮ ਨੂੰ ਮੰਨਣਾ ਪੈਂਦਾ ਹੈ, ਤੇ ਉਸ ਜਥੇਦਾਰ ਦੇ ਨਾਲ ਅਜਿਹਾ ਕੀਤਾ ਜਾਣਾ ਬਹੁਤ ਮੰਦਭਾਗਾ ਹੈ ਅਤੇ SGPC ਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਹੈ। ਔਰ ਉਹਨਾਂ ਨੇ ਵੀ ਆਖਿਆ ਕਿ ਸਭ ਕੁਝ ਸੁਖਬੀਰ ਦੇ ਕਹਿਣ ਤੇ ਹੋਇਆ ਕਿਉਂਕਿ ਸੁਖਬੀਰ ਨੂੰ ਹੀ ਤਨਖਾਹੀਆ ਕਰਾਰ ਦਿੱਤਾ ਗਿਆ ਸੀ। ਕਈ ਹੋਰ ਗੱਲਾਂ ਵੀ ਉਹਨਾਂ ਨੇ ਆਪਣੀ ਕਨਵਰਸੇਸ਼ਨ ਦੇ ਵਿੱਚ ਸਾਡੇ ਨਾਲ ਸਾਂਝੀਆਂ ਕੀਤੀਆਂ ਨੇ। ਤਾਂ ਹੁਣ ਸਵਾਲ ਇਹ ਹੈ, ਗਿਆਨੀ ਰਘਬੀਰ ਸਿੰਘ ਇਹ ਵੀ ਕਹਿੰਦੇ ਨੇ ਕਿ ਉਹਨਾਂ ਨੇ ਬੇਅਦਬੀ ਕਾਨੂੰਨ ਨੂੰ ਸਪੋਰਟ ਕਰ ਦਿੱਤਾ ਜੋ ਸਰਕਾਰ ਲੈ ਕੇ ਆਈ ਹੈ। ਸਰਕਾਰ ਬੇਅਦਬੀ ਦੇ ਖਿਲਾਫ ਕਾਨੂੰਨ ਲੈ ਕੇ ਆਈ ਹੈ। ਫਾਸਟ ਟਰੈਕ ਤੇ ਸਜ਼ਾਵਾਂ ਹੋਣਗੀਆਂ, 10 ਸਾਲ ਤੱਕ ਦੀ ਸਜ਼ਾ ਹੈ, 25 ਲੱਖ ਤੱਕ ਦਾ ਜੁਰਮਾਨਾ ਹੈ। ਗਿਆਨੀ ਰਘਬੀਰ ਸਿੰਘ ਨੇ ਇਸ ਕਾਨੂੰਨ ਦਾ ਸਮਰਥਨ ਕੀਤਾ ਸੀ। ਗਿਆਨੀ ਰਘਬੀਰ ਸਿੰਘ ਨੇ ਆਖਿਆ ਕਿ ਮੈਨੂੰ ਸਮਰਥਨ ਕਰਨਾ ਹੀ ਉਹਨਾਂ ਨੂੰ ਮਹਿੰਗਾ ਪਿਆ ਹੈ ਕਿਉਂਕਿ ਉਹਨਾਂ ਨੇ ਸਮਰਥਨ ਕੀਤਾ ਤੇ SGPC ਨੇ ਕਾਰਵਾਈ ਕਰ ਦਿੱਤੀ ਹੈ। ਅਜਿਹਾ ਗਿਆਨੀ ਰਘਬੀਰ ਸਿੰਘ ਦਾ ਕਹਿਣਾ ਹੈ ਕਿਉਂਕਿ SGPC ਸਮਰਥਨ ਨਹੀਂ ਕਰਨਾ ਚਾਹੁੰਦੀ ਸੀ ਕਿ
ਇਹ ਵੱਡਾ ਸਵਾਲ ਹੈ, ਕਿਉਂਕਿ ਜੇਕਰ ਕਾਨੂੰਨ ਬਣਿਆ ਹੈ ਤਾਂ ਬੇਅਦਬੀ ਰੋਕਣ ਦੇ ਲਈ ਹੀ ਬਣਿਆ ਹੈ। ਫਿਰ ਚਾਹੇ ਕਿਸੇ ਵੀ ਪਾਰਟੀ ਦੀ ਸਰਕਾਰ ਕਿਉਂ ਨਾ ਹੋਵੇ, ਉਸਨੂੰ ਸਪੋਰਟ ਕਰਨਾ ਬਣਦਾ ਹੈ, ਉਸਨੂੰ ਸਮਰਥਨ ਕਰਨਾ ਬਣਦਾ ਹੈ। ਇਹ ਗੱਲ ਵੱਖਰੀ ਹੈ ਕਿ ਹੁਣ ਕਾਨੂੰਨ ਤਾਂ ਬਣ ਗਿਆ ਹੈ ਰਾਜਪਾਲ ਦੇ ਹਸਤਾਖਰਾਂ ਦੇ ਨਾਲ, ਤੇ ਪੰਜਾਬ ਦੇ ਵਿੱਚ ਉਹਨਾਂ ਲੋਕਾਂ ਨੂੰ ਕਿੰਨੀ ਕੁ ਜਲਦ ਸਜ਼ਾਵਾਂ ਮਿਲਣਗੀਆਂ ਜਿਹੜੇ ਬੇਅਦਬੀ ਕਰਦੇ ਨੇ ਜਾਂ ਜਿਹੜੇ ਬੇਅਦਬੀ ਕਰਨ ਦੀ ਤਾਕ ਦੇ ਵਿੱਚ ਨੇ, ਕਿ ਹੁਣ ਵੀ ਉਹ ਕਮਲੇ ਬੋਲੇ ਹੋਣਗੇ। ਕਿਉਂਕਿ ਹਰ ਵਾਰ ਕਹਿ ਦਿੱਤਾ ਜਾਂਦਾ ਹੈ ਕਿ ਬੇਅਦਬੀ ਕਰਦਾ ਕਹਿੰਦਾ ਸੀ ਮੈਂਟਲੀ ਪਰੇਸ਼ਾਨ ਹੈ। ਹੁਣ ਜੇਕਰ ਕੋਈ ਅਜਿਹਾ ਵਿਅਕਤੀ ਬੇਅਦਬੀ ਕਰੇਗਾ ਤਾਂ ਸਜ਼ਾ ਉਸਦੇ ਪਰਿਵਾਰ ਨੂੰ ਹੋਏਗੀ, ਉਸਦੇ ਟੇਕ ਕੇਅਰ ਕਰਨ ਵਾਲੇ ਲੋਕਾਂ ਨੂੰ ਹੋਏਗੀ। ਹੁਣ ਸਵਾਲ ਵੱਡਾ ਖੜਾ ਹੋ ਰਿਹਾ ਹੈ ਕਿ ਗਿਆਨੀ ਰਘਬੀਰ ਸਿੰਘ ਦੇ ਦਾਅਵਿਆਂ ਨੇ ਕਿਹੜੀ ਚਰਚਾ ਛੇੜ ਦਿੱਤੀ ਹੈ। ਕਿਉਂ ਗਿਆਨੀ ਰਘਬੀਰ ਸਿੰਘ ਦਾ ਨਿੱਜੀ ਸਮਾਨ ਚੈੱਕ ਕੀਤਾ ਗਿਆ? ਇਹ ਹੱਕ ਐਸਜੀਪੀਸੀ ਦੇ ਮੁਲਾਜ਼ਮਾਂ ਨੂੰ ਕਿਸਨੇ ਦਿੱਤਾ ਕਿ ਨਿੱਜੀ ਸਮਾਨ ਹੈ ਜਿਹੜਾ ਸਾਬਕਾ ਜਥੇਦਾਰ ਦਾ ਘਰ ਸ਼ਿਫਟ ਕਰਨ ਵੇਲੇ ਚੈੱਕ ਕੀਤਾ ਜਾਵੇ? ਇਹ ਸ਼ੋਭਾ ਦਿੰਦਾ ਹੈ ਕਿ ਐਸਜੀਪੀਸੀ ਦੇ ਮੁਲਾਜ਼ਮਾਂ ਨੂੰ ਜਥੇਦਾਰ ਸਾਹਿਬ ਤੇ ਚੋਰੀ ਦਾ ਸ਼ੱਕ ਸੀ? ਕਿ ਇਹ ਚੀਜ਼ਾਂ ਸਹੀ ਹੈ ਕਿ ਇਹ ਬਦਸਲੂਕੀ ਕੇ ਬੇਇੱਜ਼ਤ ਕਰਨਾ ਨਹੀਂ ਹੈ? ਕੌਮ ਦੀ ਸ਼ਾਨ ਨੂੰ ਬੇਇੱਜ਼ਤ ਕੀਤਾ ਗਿਆ? ਇਹ ਸਾਰੇ ਸਵਾਲ ਖੜੇ ਹੁੰਦੇ ਨੇ। ਫਿਲਹਾਲ ਇੱਕ ਬ੍ਰੇਕ ਤੇ ਲਈ ਰੁਕਾਂਗੇ। ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਲਗਾਤਾਰ ਅਸੀਂ ਤੁਹਾਡਾ ਜੁੜੇ ਹੋਏ ਹਾਂ ਜੀ, ਤੁਸੀਂ ਵੀ ਸਾਡੇ ਨਾਲ ਜੁੜ ਸਕਦੇ ਹੋ। ਮੁੱਦਾ ਅੱਜ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਉਹਨਾਂ ਦੇ ਨਾਲ ਜੁੜਿਆ ਹੋਇਆ ਹੈ, ਜਿਨ੍ਹਾਂ ਦੇ ਨਾਲ ਬਦਸਲੂਕੀ ਹੋਈ ਹੈ, ਜਿਨ੍ਹਾਂ ਨੂੰ ਬੇਇੱਜ਼ਤ ਕੀਤਾ ਗਿਆ ਹੈ। ਘਰ ਸ਼ਿਫਟ ਕਰਨ ਦੇ ਮੌਕੇ ਤੇ ਉਹਨਾਂ ਦੇ ਨਿੱਜੀ ਸਮਾਨ ਦੀ ਤਲਾਸ਼ੀ ਲਈ ਗਈ ਹੈ। ਸਾਡਾ ਪ੍ਰੋਗਰਾਮ ਇਸ ਵੇਲੇ ਲਾਈਵ ਹੈ, ਤੁਸੀਂ ਵੀ ਸਾਡੇ ਨਾਲ ਲਾਈਵ ਪ੍ਰੋਗਰਾਮ ਦੇ ਵਿੱਚ ਜੁੜ ਸਕਦੇ ਹੋ। ਸਾਡੇ ਨੰਬਰਸ ਤੁਹਾਡੀ ਟੀਵੀ ਸਕਰੀਨ ਤੇ ਫਲੈਸ਼ ਹੋ ਰਹੇ ਨੇ। ਇਹਨਾਂ ਨੰਬਰਾਂ ਤੇ ਤੁਸੀਂ ਕਾਲ ਕਰਨੀ ਹੈ ਤੇ ਆਪਣੀ ਰਾਏ ਤੁਸੀਂ ਸਾਡੇ ਪ੍ਰੋਗਰਾਮ ਦੇ ਲਈ ਸ਼ੁਮਾਰ ਕਰਨੀ ਹੈ ਕਿ ਤੁਹਾਨੂੰ ਕੀ ਲੱਗਦਾ ਹੈ। ਇਸ ਟੌਪਿਕ ਦੇ ਲਈ ਸਭ ਦੀ ਰਾਏ ਬਹੁਤ ਜ਼ਰੂਰੀ ਹੈ, ਕਿਉਂਕਿ ਮਸਲਾ ਇੱਕ ਜਥੇਦਾਰ ਦੀ ਸ਼ਾਨ ਦਾ ਹੈ, ਉਹਨਾਂ ਦੀ ਆਨ ਬਾਣ ਦਾ ਹੈ। ਉਹਨਾਂ ਨੂੰ ਬੇਇੱਜ਼ਤ ਕਰਨ ਦਾ ਹੱਕ ਕਿਸਨੇ ਦਿੱਤਾ ਹੈ? ਸਵਾਲ ਇਹ ਖੜਾ ਹੁੰਦਾ ਹੈ। ਹੁਣ ਸਵਾਲ ਇਹ ਹੈ ਕਿ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਚ ਇੰਨੀ ਹਿੰਮਤ ਹੈ ਕਿ ਉਹ ਲਾਈਵ ਪ੍ਰੋਗਰਾਮ ਦੇ ਵਿੱਚ ਦੱਸਣ ਕਿ ਜਥੇਦਾਰ ਦੇ ਸਮਾਨ ਦੇ ਵਿੱਚ ਕੀ ਗੈਰ ਕਾਨੂੰਨੀ ਲੱਭਣ ਦੀ ਕੋਸ਼ਿਸ਼ ਕਰ ਰਹੇ ਸੀ? ਕਿ ਉਹ ਇੱਕ ਲਾਈਵ ਪ੍ਰੈਸ ਕਾਨਫਰੰਸ ਕਰਨਗੇ ਜਥੇਦਾਰ ਸਾਹਿਬ ਦੇ ਨਾਲ, ਉਹ ਦੱਸਣਗੇ ਕਿ ਉਹਨਾਂ ਦੇ ਸਮਾਨ ਦੇ ਵਿੱਚ ਕੀ ਕੁਝ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਐਸਜੀਪੀਸੀ ਦੇ ਵੱਲੋਂ? ਹਾਲੇ ਤੱਕ ਅਜਿਹਾ ਕੁਝ ਹੋਇਆ ਤਾਂ ਹੈ ਨਹੀਂ। ਹਾਂ, ਡਿਫੈਂਡ ਜ਼ਰੂਰ ਐਸਜੀਪੀਸੀ ਕਰ ਰਹੀ ਹੈ। ਸ਼੍ਰੋਮਣੀ ਕਮੇਟੀ ਦੇ ਵਿੱਚ ਕੀ ਸਿਰਫ ਯੈਸ ਮਾਨ ਜੀ ਹਜ਼ੂਰ ਹੀ ਰਹਿ ਸਕਦੇ ਨੇ ਕਿ ਸੱਚ ਬੋਲਣ ਲਈ ਸਿਰਫ ਅਪਮਾਨ ਹੀ ਬਚਿਆ ਹੈ? ਕਿ ਜਥੇਦਾਰ ਸਾਹਿਬ ਜੇਕਰ ਸੱਚ ਬੋਲਦੇ ਨੇ, ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ, ਤਾਂ ਉਹਨਾਂ ਨੂੰ ਅਪਮਾਨ ਦਿਓਗੇ ਤੁਸੀਂ? ਉਹਨਾਂ ਦਾ ਤਾਂ ਸਨਮਾਨ ਬਣਦਾ ਹੈ ਜਿਨ੍ਹਾਂ ਨੇ ਸੱਚ ਬੋਲਿਆ, ਜਿਨ੍ਹਾਂ ਨੇ ਵੱਡੇ ਵੱਡੇ ਫੈਸਲੇ ਲਏ, ਤਾਂ ਤੁਸੀਂ ਅੱਜ ਉਹਨਾਂ ਨੂੰ ਅਪਮਾਨਿਤ ਕਿਵੇਂ ਕਰ ਰਹੇ ਹੋ? ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਜਥੇਦਾਰ ਦੇ ਵਜੋਂ ਲੰਮਾ ਸਮਾਂ ਸੇਵਾਵਾਂ ਨਿਭਾਈਆਂ, ਕਰੀਬ 35 ਸਾਲ ਉਧਰ ਇੱਥੇ ਰਹੇ ਨੇ। ਉਹਨਾਂ ਨੇ ਸੇਵਾਵਾਂ ਦਿੱਤੀਆਂ ਨੇ, ਹੈੱਡ ਗ੍ਰੰਥੀ ਦੇ ਵਜੋਂ ਵੀ ਉਹ ਕੰਮ ਕਰਦੇ ਰਹੇ ਨੇ। ਦੋਨਾਂ ਹੀ ਅਹੁਦਿਆਂ ਤੋਂ ਉਹਨਾਂ ਨੂੰ ਜ਼ਬਰੀ ਲਾਇਆ ਗਿਆ। ਫਰਵਰੀ ਦੇ ਵਿੱਚ, ਮਾਰਚ 2025 ਦੇ ਵਿੱਚ ਉਹਨਾਂ ਨੂੰ ਲਾਇਆ ਗਿਆ ਸੀ ਜਥੇਦਾਰੀ ਤੋਂ। ਫਰਵਰੀ 2026 ਦੇ ਵਿੱਚ ਉਹਨਾਂ ਦੀਆਂ ਹੈੱਡ ਗ੍ਰੰਥੀ ਦੀਆਂ ਸੇਵਾਵਾਂ ਵੀ ਜ਼ਬਰੀ ਖਤਮ ਕਰ ਦਿੱਤੀਆਂ ਗਈਆਂ। ਇਹ ਬਹੁਤ ਵੱਡੇ ਸਵਾਲ ਨੇ ਕਿ ਆਖਰ ਅਜਿਹਾ ਕਿਉਂ ਹੋ ਰਿਹਾ ਹੈ? ਆਖਰ ਜਥੇਦਾਰ ਸਾਹਿਬ ਦੇ ਨਾਲ ਅਜਿਹਾ ਕਿਉਂ ਕੀਤਾ ਗਿਆ? ਪਹਿਲਾਂ ਗਿਆਨੀ ਹਰਪ੍ਰੀਤ ਸਿੰਘ, ਹੁਣ ਗਿਆਨੀ ਰਘਬੀਰ ਸਿੰਘ, ਤੇ ਅਗਲਾ ਨੰਬਰ ਕਿਸ ਦਾ ਹੈ? ਇਹ ਸੋਚਣ ਵਾਲੀ ਗੱਲ ਹੈ, ਕਿਉਂਕਿ ਇੱਕ ਤੋਂ ਬਾਅਦ ਇੱਕ ਸਭ ਦੇ ਨਾਲ ਹੀ ਏਦਾਂ ਕੀਤਾ ਜਾ ਰਿਹਾ। ਗਿਆਨੀ ਹਰਪ੍ਰੀਤ ਸਿੰਘ ਨੇ ਆਪਣੀ ਪੋਲੀਟੀਕਲ ਪਾਰਟੀ ਬਣਾ ਲਈ, ਉਹ ਇੱਕ ਵੱਖਰੀ ਗੱਲ ਹੈ। ਜਦੋਂ ਜਥੇਦਾਰ ਸੀ ਤਦ ਉਹਨਾਂ ਦੇ ਨਾਲ ਵੀ ਬੜਾ ਕੁਝ ਹੋਇਆ। ਉਹਨਾਂ ਨੇ ਵੀ ਬਹੁਤ ਇਲਜ਼ਾਮ ਜਿਹੜੇ ਲਾਏ ਮੀਡੀਆ ਤੇ ਆ ਕੇ ਕਿ ਕਿਸ ਤਰ੍ਹਾਂ ਉਹਨਾਂ ਨੂੰ ਧਮਕਾਇਆ ਗਿਆ, ਉਹਨਾਂ ਦੀ ਫੈਮਿਲੀ ਦੇ ਬਾਰੇ ਬੋਲਿਆ ਗਿਆ, ਉਹਨਾਂ ਦੀਆਂ ਧੀਆਂ ਦੇ ਬਾਰੇ ਬੋਲਿਆ ਗਿਆ, ਉਹਨਾਂ ਦੀ ਕਾਸਟ ਦੇ ਬਾਰੇ ਬੋਲਿਆ ਗਿਆ। ਤੇ ਹੁਣ ਗਿਆਨੀ ਰਘਬੀਰ ਸਿੰਘ ਦੇ ਨਾਲ ਬਦਸਲੂਕੀ ਕੀਤੀ ਗਈ, ਉਹਨਾਂ ਨੂੰ ਨੀਚਾ ਦਿਖਾਇਆ ਗਿਆ, ਬੇਇੱਜ਼ਤ ਕੀਤਾ ਗਿਆ। ਉਹਨਾਂ ਦੇ ਸਮਾਨ ਦੀ, ਨਿੱਜੀ ਸਮਾਨ ਦੇ ਬਕਸਿਆਂ ਦੀ ਤਲਾਸ਼ੀ ਲਈ ਗਈ। ਕਿ ਐਸਜੀਪੀਸੀ ਪ੍ਰਧਾਨ ਦੱਸਣਗੇ ਕਿ ਉਹ ਗਿਆਨੀ ਸਾਹਿਬ ਦੇ ਸਮਾਨ ਚੋਂ ਕੀ ਲੱਭ ਰਹੇ ਸੀ, ਉਹ ਕੀ ਲੱਭਣ ਦੀ ਕੋਸ਼ਿਸ਼ ਕਰਦੇ ਸੀ? ਕਿ ਸੱਚ ਬੋਲਣਾ ਗੁਨਾਹ ਹੈ ਐਸਜੀਪੀਸੀ ਦੇ ਕੋਲ? ਐਸਜੀਪੀਸੀ ਨੂੰ ਖੁਦ ਚਾਹੀਦਾ ਹੈ ਕਿ ਜੇ ਕੋਈ ਬੰਦਾ ਸੱਚਾ ਹੈ, ਕੰਮ ਕਰ ਰਿਹਾ ਹੈ, ਤੁਸੀਂ ਉਸ ਮੁਤਾਬਕ ਸਨਮਾਨ ਦਿਓ, ਤੁਸੀਂ ਅਪਮਾਨ ਕਰ ਰਹੇ ਹੋ। ਤੁਸੀਂ ਅੱਜ ਆਪਣੇ ਜਥੇਦਾਰਾਂ ਨੂੰ ਇਹਨਾਂ ਕੋ ਬੇਇੱਜ਼ਤ ਕਰ ਰਹੇ ਹੋ, ਕੱਲ ਨੂੰ ਕੌਮ ਤੁਹਾਡੇ ਕੋਲੋਂ ਜਥੇਦਾਰਾਂ ਦੀ ਕੋਈ ਗੱਲ ਕਿਉਂ ਸੁਣੇਗੀ? ਧਰਮ ਪ੍ਰਚਾਰ ਕਿਵੇਂ ਹੋਏਗਾ? ਧਰਮ ਡਾਊਨ ਨਹੀਂ ਜਾਏਗਾ। ਅਸੀਂ ਆਪਣੇ ਜਥੇਦਾਰ ਸਾਹਿਬ ਦੀ ਹੀ ਬੇਇੱਜ਼ਤੀ ਕਰ ਰਹੇ ਹਾਂ, ਅਸੀਂ ਉਹਨਾਂ ਦੀ ਗੱਲ ਨਹੀਂ ਮੰਨ ਰਹੇ, ਤਾਂ ਲੋਕ ਸਾਡੇ ਧਰਮ ਨੂੰ ਕਿਉਂ ਅਪਣਾਉਣਗੇ? ਕਿਉਂ ਪਿਆਰ ਦੇਣਗੇ? ਕਿਉਂ ਅਸੀਂ ਲੋਕ ਵੀ ਆਪਣੇ ਧਰਮ ਦੇ ਵਿੱਚ ਹੀ ਰਹਾਂਗੇ? ਬਹੁਤੇ ਲੋਕ
ਬਹੁਤੀਆਂ ਚੀਜ਼ਾਂ ਤੇ ਇਸੇ ਕਰਕੇ ਨੇ। ਫਿਰ ਅਸੀਂ ਕਹਿੰਦੇ ਜੀ ਲੋਕਾਂ ਨੇ ਧਰਮ ਰੂਪਾਂਤਰਨ ਕਰ ਲਿਆ, ਧਰਮ ਛੱਡ ਦਿੱਤਾ। ਅਸੀਂ ਆਪਣੇ ਹੀ ਧਰਮ ਦੀ ਇੱਜ਼ਤ ਨਹੀਂ ਕਰਦੇ, ਆਪਣੇ ਹੀ ਜਥੇਦਾਰਾਂ ਦੀ ਰਿਸਪੈਕਟ ਨਹੀਂ ਕਰਦੇ, ਉਹਨਾਂ ਨੂੰ ਇੰਨਾ ਕੁ ਜਲੀਲ ਕਰਦੇ ਆ ਕਿ ਉਹ ਬਸ ਰੋਂਦੇ ਨਹੀਂ ਤੇ ਰਹਿੰਦਾ ਉਹਨਾਂ ਦਾ ਕੱਖ ਨਹੀਂ। ਕਿ ਇਹ ਸ਼ਰਮ ਵਾਲੀ ਗੱਲ ਨਹੀਂ ਹੈ ਕਿ ਇੱਕ ਵਿਅਕਤੀ ਜੋ ਕੌਮ ਦਾ ਜਥੇਦਾਰ ਰਿਹਾ, ਜਿਸਨੇ ਫਸੀਲ ਤੋਂ ਕੌਮ ਦੇ ਨਾਂ ਤੇ ਕਈ ਹੁਕਮ ਸੁਣਾਏ, ਉਸਦੇ ਨਿੱਜੀ ਸਮਾਨ ਦੀ ਚੈਕਿੰਗ ਕਰਨੀ, ਕੀ ਕੁਝ ਮਿਲ ਗਿਆ ਤੁਹਾਨੂੰ? ਐਸਜੀਪੀਸੀ ਸਰੂਪ ਦੱਸੋ। ਐਸਜੀਪੀਸੀ ਕਹਿੰਦੀ ਹੈ ਕਿ ਜੀ ਅਸੀਂ ਸਿਰਫ ਪ੍ਰੋਟੋਕਾਲ ਫੋਲੋ ਕੀਤਾ, ਅਸੀਂ ਨਿੱਜੀ ਸਮਾਨ ਨਹੀਂ ਚੈੱਕ ਕੀਤਾ, ਜੋ ਫਰਨੀਚਰ ਤੇ ਲਾਈਟਾਂ ਹੁੰਦੀਆਂ ਅਸੀਂ ਸਿਰਫ ਉਹ ਚੈੱਕ ਕੀਤੀਆਂ। ਫਿਰ ਕੀ ਗਿਆਨੀ ਸਾਹਿਬ ਝੂਠ ਬੋਲਦੇ ਨੇ? ਜੇਕਰ ਝੂਠ ਬੋਲਦੇ ਨੇ ਤਾਂ ਦੋਹੇ ਜਾਣੇ ਇੱਕ ਥਾਂ ਤੇ ਆਓ, ਲਾਈਵ ਪ੍ਰੈਸ ਕਾਨਫਰੰਸ ਕਰੋ, ਹਰਜਿੰਦਰ ਸਿੰਘ ਧਾਮੀ ਤੇ ਗਿਆਨੀ ਹਰਪ੍ਰੀਤ ਸਿੰਘ, ਗਿਆਨੀ ਰਘਬੀਰ ਸਿੰਘ ਜੀ, ਤਾਂ ਪਤਾ ਲੱਗੇ ਕਿ ਵਾਕਿਆ ਹੀ ਐਸਜੀਪੀਸੀ ਸੱਚ ਬੋਲ ਰਹੀ ਹੈ ਜਾਂ ਝੂਠ ਬੋਲ ਰਹੀ ਹੈ। ਇਹ ਕੋਈ ਆਮ ਵਿਅਕਤੀ ਨਹੀਂ ਸੀ, ਉਹ ਜਥੇਦਾਰ ਰਹਿ ਚੁੱਕੇ ਨੇ, ਉਹਨਾਂ ਨੇ ਸੇਵਾਵਾਂ ਦਿੱਤੀਆਂ ਨੇ, ਹੈਡ ਗ੍ਰੰਥੀ ਰਹੇ ਨੇ ਲੰਮਾ ਸਮਾਂ। ਇਹ ਕੋਈ ਆਮ ਮੁਲਾਜ਼ਮ ਤਾਂ ਹੈ ਨਹੀਂ ਸੀ ਜੋ ਜਾਣ ਲੱਗਾ ਜਿਸ ਦੇ ਸਮਾਨ ਦੀ ਤਲਾਸ਼ੀ ਲੈ ਲਈ ਗਈ ਤੇ ਗੱਲ ਆਈ ਗਈ ਹੋਵੇ। ਇਹ ਗਲਤ ਸੀ, ਇਹ ਬਿਲਕੁਲ ਗਲਤ ਸੀ। ਜਥੇਦਾਰ ਸਾਹਿਬ ਕਹਿੰਦੇ ਨੇ ਕਿ ਉਹਨਾਂ ਨੇ ਬੇਅਦਬੀ ਕਾਨੂੰਨ ਦਾ ਸਪੋਰਟ ਕਰ ਦਿੱਤਾ, ਇਸ ਲਈ ਕਾਰਵਾਈ ਕੀਤੀ ਗਈ। ਉਹਨਾਂ ਨੂੰ ਮਹਿੰਗਾ ਪੈ ਗਿਆ ਬੇਅਦਬੀ ਕਾਨੂੰਨ ਦਾ ਸਮਰਥਨ ਕਰਨਾ। ਤੇ ਬੇਅਦਬੀ ਕਾਨੂੰਨ ਦਾ ਸਮਰਥਨ ਕਰਨਾ ਕਿਉਂ ਗਲਤ ਹੈ ਭਾਈ, ਇਹ ਵੀ ਦੱਸਿਆ ਜਾਵੇ ਕਿ ਵਾਕਿਆ ਹੀ ਐਸਜੀਪੀਸੀ ਇਸ ਬੇਅਦਬੀ ਕਾਨੂੰਨ ਦੇ ਵਿਰੋਧ ਵਿੱਚ ਹੈ ਜੋ ਸਰਕਾਰ ਲੈ ਕੇ ਆਈ। ਜੇ ਵਿਰੋਧ ਵਿੱਚ ਹੈ ਤਾਂ ਕਿਉਂ ਹੈ? ਇਹ ਫੈਕਟਸ ਐਂਡ ਫਿਗਰਸ ਦੇ ਨਾਲ ਐਸਜੀਪੀਸੀ ਦੱਸੇ। ਐਸਜੀਪੀਸੀ ਦੇ ਇਲਜ਼ਾਮ ਬਹੁਤ ਵੱਡੇ ਨੇ। ਐਸਜੀਪੀਸੀ ਇੱਕ ਉਹ ਸੰਸਥਾ ਹੈ ਜਿਸ ਦੀ ਜ਼ਿੰਮੇਵਾਰੀ ਹੈ ਗੁਰੂ ਘਰਾਂ ਦੀ ਸੇਵਾ ਸੰਭਾਲ, ਗੁਰੂ ਘਰਾਂ ਦਾ ਪ੍ਰਬੰਧ। ਠੀਕ ਹੈ, ਜਥੇਦਾਰਾਂ ਦੀ ਨਿਯੁਕਤੀ ਐਸਜੀਪੀਸੀ ਦੇ ਥਰੂ ਹੋਈ, ਪਰ ਕੀ ਉਹਨਾਂ ਦੇ ਜਾਣ ਵੇਲੇ ਅਜਿਹਾ ਸਲੂਕ ਕਰਦੀ ਹੈ ਐਸਜੀਪੀਸੀ? ਕੀ ਇਹ ਸਹੀ ਲੱਗ ਰਿਹਾ ਤੁਹਾਨੂੰ? ਕੀ ਇਹ ਗਲਤ ਨਹੀਂ ਲੱਗ ਰਿਹਾ? ਕਿ ਵਾਕਿਆ ਹੀ ਇਹ ਲੋਕ ਨੇ ਜਿਹੜੇ ਜਿਨ੍ਹਾਂ ਤੇ ਕਈ ਵੱਡੇ ਇਲਜ਼ਾਮ ਗਿਆਨੀ ਰਘਬੀਰ ਸਿੰਘ ਨੇ ਲਾਏ ਕਿ ਗੁਰੂ ਘਰਾਂ ਦੀ ਜ਼ਮੀਨ ਦੇ ਵਿੱਚ ਘੁਟਾਲਾ ਹੋ ਰਿਹਾ ਹੈ, ਗੋਲਕ ਦੀ ਮਾਇਆ ਦੇ ਵਿੱਚ ਘੁਟਾਲਾ ਹੈ, ਸੁੱਕੀਆਂ ਰੋਟੀਆਂ ਵੇਚੀਆਂ ਜਾ ਰਹੀਆਂ। ਫਿਰ ਇਹਨਾਂ ਨੂੰ ਕੀ ਕਹੀਏ ਅਸੀਂ ਐਸਜੀਪੀਸੀ ਨੂੰ? ਗੁਰੂ ਘਰਾਂ ਦੇ ਰਾਖੇ ਜਾਂ ਗੋਲਕ ਦੇ ਲੁਟੇਰੇ? ਸਵਾਲ ਤਾਂ ਕਈ ਖੜੇ ਹੁੰਦੇ ਨੇ। ਫਿਰ ਆਵਾਜ਼ ਚੁੱਕਣ ਵਾਲੇ ਵਿਅਕਤੀ ਨੂੰ ਹੀ ਖਤਮ ਕਰ ਦਿੰਦੇ ਹੋ ਤੁਸੀਂ। ਉਸ ਤੇ ਤਰ੍ਹਾਂ ਤਰ੍ਹਾਂ ਦੇ ਇਲਜ਼ਾਮ ਲੱਗਦੇ ਨੇ। ਇਸ ਤਰ੍ਹਾਂ ਦੀਆਂ ਗੱਲਾਂ ਲੋਕ ਕਰਦੇ ਨੇ, ਅਸੀਂ ਨਹੀਂ ਕਹਿੰਦੇ। ਪਰ ਸੱਚਾਈ ਕੀ ਹੈ ਲੋਕਾਂ ਨੂੰ ਸਭ ਨੂੰ ਪਤਾ ਹੈ, ਤੁਹਾਨੂੰ ਵੀ ਪਤਾ ਹੈ ਕਿ ਸੱਚ ਕੀ ਹੈ, ਔਰ ਸੱਚ ਕਦੇ ਲੁਕਿਆ ਨਹੀਂ ਕਰਦਾ। ਹੁਣ ਸਵਾਲ ਹੈ ਜਿਹੜਾ ਇਹ ਕਿ ਐਸਜੀਪੀਸੀ ਪ੍ਰਧਾਨ ਦੱਸਣਗੇ ਕਿ ਅਜਿਹਾ ਕਿਉਂ ਕੀਤਾ ਉਹਨਾਂ ਨੇ? ਕੀ ਉਹਨਾਂ ਨੂੰ ਤਲਾਸ਼ੀ ਦੌਰਾਨ ਕੁਝ ਮਿਲਿਆ ਐਸਜੀਪੀਸੀ ਨੂੰ? ਕੀ ਗੈਰ ਕਾਨੂੰਨੀ ਲੱਭਣ ਦੀ ਕੋਸ਼ਿਸ਼ ਐਸਜੀਪੀਸੀ ਕਰ ਰਹੀ ਸੀ? ਕਿ ਹੁਣ ਸ਼੍ਰੋਮਣੀ ਕਮੇਟੀ ਸਿਰਫ ਜੈਸਮੈਨ ਜੀ ਹਜ਼ੂਰੀ ਹੀ ਬਣ ਕੇ ਰਹਿ ਗਈ? ਜ਼ਮੀਨਾਂ ਦੇ ਗੁਰੂ ਘਰਾਂ ਦੀਆਂ ਜ਼ਮੀਨਾਂ ਦੇ ਵਿੱਚ ਘਪਲਾ ਕਰਨ ਵਾਲਿਆਂ ਤੇ ਤਾਂ ਕੋਈ ਕਾਰਵਾਈ ਤੁਹਾਡੇ ਤੋਂ ਕੀਤੀ ਨਹੀਂ ਜਾਂਦੀ। ਤੁਸੀਂ ਜਥੇਦਾਰਾਂ ਨੂੰ ਨੀਵਾਂ ਦਿਖਾਉਣ ਦੇ ਤੁਲੇ ਹੋਏ ਹੋ। ਭਾਈ ਉਹਨਾਂ ਲੋਕਾਂ ਤੇ ਕਾਰਵਾਈ ਕਰ ਲਓ ਜੋ ਗਲਤ ਕਰ ਰਹੇ ਨੇ, ਜੋ ਤੁਹਾਡਾ ਕੰਮ ਹੈ, ਜੋ ਗੁਰੂ ਘਰਾਂ ਦੀ ਸੇਵਾ ਸੰਭਾਲ ਨੂੰ ਆਪਣੀ ਕਮਾਈ ਦਾ ਪ੍ਰਬੰਧ ਬਣਾਈ ਬੈਠੇ ਨੇ, ਉੱਥੇ ਕੁਝ ਕਰੋ। ਤੁਸੀਂ ਧਰਮ ਪਰਿਵਰਤਨ ਹੋ ਰਿਹਾ ਵੱਡੀ ਗਿਣਤੀ ਦੇ ਵਿੱਚ, ਉਸ ਤੇ ਕੰਮ ਕਰੋ, ਧਰਮ ਪ੍ਰਚਾਰ ਕਰੋ। ਗੁਰੂ ਨੇ ਜੋ ਹੁਕਮ ਦਿੱਤਾ ਉਸ ਤੇ ਲੋਕੋ, ਤੁਸੀਂ ਤਾਂ ਆਪਣਾ ਹੀ ਵੱਖਰਾ ਹੀ ਰਾਗ ਲਾਪਣ ਲੱਗੇ ਹੋਏ ਹੋ। ਫਿਰ ਤੁਹਾਡੇ ਤੇ ਭਰੋਸਾ ਕੌਣ ਕਰੂਗਾ? ਕਿਉਂ ਸੰਗਤ ਗੁਰੂ ਘਰ ਨਤਮਸਤਕ ਹੋਏਗੀ ਜੇਕਰ ਅਜਿਹੀਆਂ ਚੀਜ਼ਾਂ ਹੋਣਗੀਆਂ? ਇਹ ਗਲਤ ਹੈ, ਬਿਲਕੁਲ ਗਲਤ ਹੈ। ਉਹ ਜਥੇਦਾਰ ਨੇ ਜਿਨ੍ਹਾਂ ਨੇ ਸੁਖਬੀਰ ਨੂੰ ਤਨਖਾਹੀਆ ਕਰਾਰ ਦਿੱਤਾ ਸੀ। ਲੋਕਾਂ ਨੂੰ ਜਾਗਣਾ ਪਏਗਾ, ਅੱਜ ਜਾਗਣ ਦੀ ਲੋੜ ਹੈ। ਸਾਡੇ ਧਰਮ ਦੇ ਸਰਵਉੱਚ ਅਹੁਦਿਆਂ ਨੂੰ ਸਿਆਸਤ ਦੀਆਂ ਜੁੱਤੀਆਂ ਹੇਠ ਰੋਲਿਆ ਜਾ ਰਿਹਾ ਹੈ। ਇਸ ਨੂੰ ਸਿਆਸਤ ਦੀਆਂ ਜੁੱਤੀਆਂ ਹੇਠ ਰੋਲਣਾ ਆਖਿਆ ਜਾ ਰਿਹਾ ਹੈ। ਗਿਆਨੀ ਰਘਬੀਰ ਸਿੰਘ ਨੂੰ ਜ਼ਬਰਦਸਤੀ ਰਿਟਾਇਰ ਕਰਨਾ, ਫਿਰ ਉਹਨਾਂ ਦੀ ਰਿਹਾਇਸ਼ ਤੇ ਜਸੂਸੀ ਕਰਵਾਉਣੀ, ਇਹ ਸਾਬਤ ਕਰਦਾ ਹੈ ਕਿ ਸੰਸਥਾ ਦੇ ਕਾਬਜ਼ ਲੋਕਾਂ ਨੂੰ ਗੁਰੂ ਦਾ ਭੈ ਨਹੀਂ, ਸਿਰਫ ਆਪਣੇ ਸਿਆਸੀ ਮਾਲਕਾਂ ਦਾ ਡਰ ਹੈ। ਕਿ ਅਸੀਂ ਆਪਣੇ ਪੁਰਖਿਆਂ ਦੀਆਂ ਕੁਰਬਾਨੀਆਂ ਦੇ ਨਾਲ ਬਣੀ ਸੰਸਥਾ ਨੂੰ ਇੰਝ ਹੀ ਤਬਾਹ ਹੁੰਦਾ ਵੇਖਾਂਗੇ? ਇਹ ਸਵਾਲ ਹੈ, ਵੱਡਾ ਹੈ ਔਰ ਬਹੁਤ ਜਾਇਜ਼ ਹੈ। ਅਸੀਂ ਕੀ ਦਿਖਾ ਰਹੇ ਹਾਂ ਲੋਕਾਂ ਨੂੰ? ਅਸੀਂ ਕੀ ਸਾਬਤ ਕਰਨਾ ਚਾਹੁੰਦੇ ਹਾਂ ਲੋਕਾਂ ਦੇ ਕੋਲੇ? ਅਸੀਂ ਕੀ ਸੰਗਤ ਵਿੱਚ ਸਾਬਤ ਕਰਨਾ ਚਾਹੁੰਦੇ ਹਾਂ? ਜੇਕਰ ਗਿਆਨੀ ਸਾਹਿਬ ਸਹੀ ਕਹਿ ਰਹੇ ਨੇ ਕਿ ਸੁਖਬੀਰ ਬਾਦਲ ਦੇ ਇਸ਼ਾਰੇ ਤੇ ਇਹ ਹੋਇਆ ਹੈ, ਤਾਂ ਕੀ ਫਿਰ ਇਸ ਸਭ ਦੇ ਨਾਲ ਸੰਗਤ ਵਿੱਚ ਸੁਖਬੀਰ ਬਾਦਲ ਦਾ ਅਕਸ ਮਾੜਾ ਨਹੀਂ? ਕਿ ਸੁਖਬੀਰ ਬਾਦਲ ਨੂੰ ਇਸ ਗੱਲ ਦਾ ਇਲਮ ਨਹੀਂ ਸੀ ਕਿ ਜੇਕਰ ਉਹ ਅਜਿਹਾ ਕਰਨਗੇ ਤਾਂ ਉਹਨਾਂ ਦਾ ਅਕਸ ਹੈ ਜਿਹੜਾ ਉਹ ਮਾੜਾ ਹੋਏਗਾ? ਜਾਂ ਫਿਰ ਉਹਨਾਂ ਨੂੰ ਇਸ ਗੱਲ ਦਾ ਅੰਦਾਜ਼ਾ ਨਹੀਂ ਸੀ ਕਿ ਗਿਆਨੀ ਸਾਹਿਬ ਮੀਡੀਆ ਦੇ ਵਿੱਚ ਜਾ ਕੇ ਜਿਹੜੀਆਂ ਚੀਜ਼ਾਂ ਰਿਵੀਲ ਕਰ ਸਕਦੇ ਨੇ, ਦੱਸ ਸਕਦੇ ਨੇ? ਹੁਣ ਕੀ ਕਿਹਾ ਜਾਵੇ ਇਸ ਦੇ ਬਾਰੇ? ਐਸਜੀਪੀਸੀ ਦੇ ਕੰਮਾਂ ਬਾਰੇ ਕੁਝ ਕਿਹਾ ਜਾਵੇ ਕਿ ਸੁਖਬੀਰ ਬਾਦਲ ਦੇ ਇਸ਼ਾਰੇ ਤੇ ਜਥੇਦਾਰਾਂ ਨੂੰ ਮਾਨਸਿਕ ਤਸ਼ੱਦਦ ਦੇਣਾ ਹੀ
ਹੁਣ ਐਸਜੀਪੀਸੀ ਦਾ ਕੰਮ ਰਹਿ ਗਿਆ, ਬਾਕੀ ਕੰਮ ਤੇ ਐਸਜੀਪੀਸੀ ਨੇ ਕਰਨਾ ਨਹੀਂ। ਨਾ 328 ਰੂਪਾਂ ਬਾਰੇ ਕੁਝ ਕੀਤਾ, ਨਾ ਗੁਰੂ ਘਰਾਂ ਦੇ ਜ਼ਮੀਨਾਂ ਦੇ ਵਿੱਚ ਜਿਹੜਾ ਘੁਟਾਲਾ ਹੋਇਆ ਉਸ ਦੇ ਬਾਰੇ, ਨਾ ਗੋਲਕ ਦੀ ਮਾਇਆ ਬਾਰੇ। ਜੇ ਕੁਝ ਕਰਨਾ ਤਾਂ ਬਸ ਜਥੇਦਾਰਾਂ ਨੂੰ ਤੰਗ ਕਰਨ ਤੇ ਉੱਤਰ ਆਉਣਾ। डिस्कशन जारी रहेगी पर एक ब्रेक तो बाद। ब्रेक तो बाद ਤੁਹਾਡਾ ਸਵਾਗਤ ਹੈ ਜੀ। ਲਗਾਤਾਰ ਅਸੀਂ ਤੁਹਾਡੇ ਨਾਲ ਜੁੜੇ ਹੋਏ ਹਾਂ, ਤੁਸੀਂ ਵੀ ਸਾਡੇ ਨਾਲ ਜੁੜ ਸਕਦੇ ਹੋ। ਸਾਡਾ ਪ੍ਰੋਗਰਾਮ ਇਸ ਵੇਲੇ ਲਾਈਵ ਹੈ। ਸਾਡੇ ਨੰਬਰ ਤੁਹਾਡੀ ਟੀਵੀ ਸਕਰੀਨ ਤੇ ਫਲੈਸ਼ ਹੋ ਰਹੇ ਨੇ। ਇਹਨਾਂ ਨੰਬਰਾਂ ਤੇ ਤੁਸੀਂ ਕਾਲ ਕਰਨੀ ਹੈ ਤੇ ਆਪਣੀ ਰਾਏ ਤੁਸੀਂ ਸਾਡੇ ਨਾਲ ਸਾਂਝੀ ਕਰਨੀ ਹੈ। ਹੁਣ ਸਵਾਲ ਇਹ ਹੈ ਕਿ ਅੱਜ ਸਾਡੇ ਧਰਮ ਦੇ ਸਰਵਉੱਚ ਅਹੁਦੇ ਸਿਆਸਤ ਦੀਆਂ ਜੁੱਤੀਆਂ ਹੇਠ ਰੁਲ ਰਹੇ ਨੇ ਕਿ ਹਲੇ ਵੀ ਸਾਡੀ ਕੌਮ ਆਵਾਜ਼ ਨਹੀਂ ਚੁੱਕੇਗੀ, ਕਿ ਹੁਣ ਜਥੇਦਾਰਾਂ ਨੂੰ ਮਾਨਸਿਕ ਤਸ਼ੱਦਦ ਦੇਣਾ ਹੀ ਐਸਜੀਪੀਸੀ ਦਾ ਕੰਮ ਰਹਿ ਗਿਆ ਹੈ, ਕਿ ਕਿਸੇ ਹੋਰ ਧਰਮ ਦੇ ਵਿੱਚ ਆਪਣੇ ਰਹਿਬਰਾਂ ਦੀ ਇਸ ਤਰ੍ਹਾਂ ਦੀ ਹੁੰਦੀ ਬਦਸਲੂਕੀ ਬੇਅਦਬੀ ਤੁਸੀਂ ਕਦੇ ਦੇਖੀ ਹੈ ਕਿਸੇ ਹੋਰ ਧਰਮ ਦੇ ਵਿੱਚ? ਉਂਝ ਤਾਂ ਅਸੀਂ ਬਹੁਤ ਗੱਲਾਂ ਕਰਦੇ ਹਾਂ ਕਿ ਸਾਡਾ ਧਰਮ ਜੀ ਸਰਵਉੱਚ ਹੈ, ਸਭ ਤੋਂ ਵਧੀਆ ਹੈ। ਅਸੀਂ ਆਪਣੇ ਹੀ ਕੌਮ ਦੇ ਜਥੇਦਾਰਾਂ ਦੇ ਨਾਲ ਅਜਿਹੀ ਬਦਸਲੂਕੀ ਕਰਦੇ ਹਾਂ, ਅਜਿਹਾ ਸਲੂਕ ਉਹਨਾਂ ਦੇ ਨਾਲ ਕਰਦੇ। ਕਦੇ ਤੁਸੀਂ ਕਿਸੇ ਹੋਰ ਧਰਮ ਦੇ ਵਿੱਚ ਦੇਖਿਆ ਹੈ ਕਿ ਜਨਤਾ ਨੇ ਆਪਣੇ ਪੌਪ ਦੇ ਨਾਲ ਅਜਿਹਾ ਕੀਤਾ ਹੋਵੇ, ਜਾਂ ਜਨਤਾ ਨੇ ਆਪਣੇ ਹਾਜ਼ੀ ਕਾਜੀ ਦੇ ਨਾਲ ਏਦਾਂ ਕੀਤਾ ਹੋਵੇ, ਮੌਲਾਨਾ ਦੇ ਨਾਲ ਏਦਾਂ ਕੀਤਾ ਹੋਵੇ, ਜਾਂ ਕਿਸੇ ਪਹੁੰਚੇ ਹੋਏ ਜਿਹੜੇ ਨੇ ਪੁਜਾਰੀ ਨੇ ਉਹਨਾਂ ਦੇ ਨਾਲ ਅਜਿਹਾ ਕੀਤਾ ਹੋਵੇ, ਕੁਲ ਗੁਰੂ ਦੇ ਨਾਲ ਏਦਾਂ ਕੀਤਾ ਹੋਵੇ? ਨਾ, ਸਾਡੇ ਧਰਮ ਦੇ ਵਿੱਚ ਅਸੀਂ ਜਥੇਦਾਰਾਂ ਦੇ ਨਾਲ ਅਜਿਹਾ ਕਰ ਰਹੇ। ਕਿੰਨੀ ਸ਼ਰਮ ਵਾਲੀ ਗੱਲ ਹੈ। ਜਾਂ ਫਿਰ ਐਸਜੀਪੀਸੀ ਨੂੰ ਸ਼ਰਮ ਦਾ ਘਾਟਾ ਹੈ ਕਿ ਐਸਜੀਪੀਸੀ ਤੇ ਸਹੀ ਹੈ ਜਾਂ ਫਿਰ ਗਲਤ ਹੈ? ਕਿਉਂਕਿ ਐਸਜੀਪੀਸੀ ਕਹਿੰਦੇ ਕਿ ਉਹਨਾਂ ਨੇ ਸਿਰਫ ਸਮਾਨ ਚੈੱਕ ਕੀਤਾ ਹੈ, ਗਿਆਨੀ ਜੀ ਦਾ ਪਰਸਨਲ ਸਮਾਨ ਨਹੀਂ ਦੇਖਿਆ। ਉਹਨਾਂ ਦੇ ਵੱਲੋਂ ਜੋ ਰੂਲ ਬਣਦਾ ਹੈ ਫਿਟਿੰਗ ਅਤੇ ਫਰਨੀਚਰ ਦੇਖਣ ਦਾ, ਸਿਰਫ ਉਹੀ ਚੈੱਕ ਕੀਤਾ ਗਿਆ। ਪਰ ਗਿਆਨੀ ਸਾਹਿਬ ਕਹਿੰਦੇ ਨੇ ਕਿ ਉਹਨਾਂ ਦੇ ਨਿੱਜੀ ਸਮਾਨ, ਉਹਨਾਂ ਦੇ ਕੱਪੜਿਆਂ ਤੱਕ ਦੀ ਤਲਾਸ਼ੀ ਲੈ ਕੇ। ਹੁਣ ਤੁਸੀਂ ਅੰਦਾਜ਼ਾ ਲਾਓ ਕਿ ਇੱਕ ਸਾਬਕਾ ਜਥੇਦਾਰ ਉਸਦੇ ਨਿੱਜੀ ਸਮਾਨ ਦੀ ਤਲਾਸ਼ੀ ਲੈਣਾ, ਔਰ ਉਹਨਾਂ ਨੂੰ ਝੂਠ ਬੋਲਣ ਦਾ ਕੀ ਫਾਇਦਾ ਹੈ? ਉਹਨਾਂ ਨੇ ਕੋਈ ਸਿਆਸਤ ਨਹੀਂ ਜੁਆਇਨ ਕਰਨੀ, ਕੁਛ ਨਹੀਂ ਕਰਨਾ, ਉਹਨਾਂ ਨੇ ਆਮ ਜ਼ਿੰਦਗੀ ਜਿਉਣੀ, ਔਰ ਝੂਠ ਕਿਉਂ ਬੋਲਣਗੇ ਉਹ ਮੀਡੀਆ ਦੇ ਵਿੱਚ ਜਾ ਕੇ? ਇਹ ਵੀ ਸਵਾਲ। ਉਹਨਾਂ ਨੂੰ ਕੀ ਫਾਇਦਾ ਹੈ ਝੂਠ ਬੋਲਣ ਦਾ? ਉਹ ਜਨਤਾ ਦੇ ਵਿੱਚ ਆ ਕੇ ਕਿਉਂ ਦੱਸਣਗੇ ਕਿ ਉਹਨਾਂ ਦੀ ਬੇਇੱਜ਼ਤੀ ਕੀਤੀ ਗਈ ਹੈ, ਉਹਨਾਂ ਦੇ ਨਾਲ ਸਲੂਕ ਹੈ ਜਿਹੜਾ ਸਹੀ ਨਹੀਂ ਰਿਹਾ, ਵਤੀਰਾ ਐਸਜੀਪੀਸੀ ਦੇ ਮੁਲਾਜ਼ਮਾਂ ਦਾ ਐਸਜੀਪੀਸੀ ਦਾ ਸਹੀ ਨਹੀਂ ਸੀ, ਉਹਨਾਂ ਦੇ ਨਾਲ ਅਜਿਹਾ ਕੀਤਾ ਗਿਆ? ਕਈ ਸਵਾਲ ਜਿਹੜੇ ਨੇ ਉੱਠ ਖੜਦੇ ਨੇ। ਤਾਂ ਪੱਥਕ ਜਥੇਬੰਦੀਆਂ ਦੇ ਆਗੂ ਕੀ ਕੂੜੀ ਨਿੰਦਾ ਸੁੱਤੇ ਪਏ ਨੇ ਕਿ ਉਹਨਾਂ ਨੂੰ ਜਾਗਣਾ ਨਹੀਂ ਚਾਹੀਦਾ, ਕਿ ਕੁਰਸੀ ਜਥੇਦਾਰ ਦੇ ਸਨਮਾਨ ਤੋਂ ਵੱਧ ਹੈ? ਸਵਾਲ ਇਹ ਹੈ ਕਿ ਤੁਸੀਂ ਇਸੇ ਡਰ ਤੋਂ ਚੁੱਪ ਬੈਠੇ ਹੋ ਕਿ ਤੁਹਾਡੀਆਂ ਕੁਰਸੀਆਂ ਖੁੱਸ ਜਾਣਗੀਆਂ, ਕਿ ਤੁਹਾਡੀਆਂ ਕੁਰਸੀਆਂ ਇੱਕ ਜਥੇਦਾਰ ਦੇ ਸਨਮਾਨ ਤੋਂ ਵੱਡੀਆਂ ਹੋ ਗਈਆਂ? ਭਾਈ ਤੁਸੀਂ ਬੋਲਣਾ ਹੀ ਨਹੀਂ ਚਾਹੁੰਦੇ। ਤੁਸੀਂ ਕਦੋਂ ਬੋਲੋਗੇ? ਜਦੋਂ ਸਭ ਕੁਝ ਤਬਾਹ ਹੋ ਗਿਆ, ਜਦੋਂ ਸਾਡਾ ਧਰਮ ਬਿਲਕੁਲ ਤਬਾਹ ਹੋ ਗਿਆ, ਸਾਡੇ ਗੁਰੂ ਘਰਾਂ ਤੇ ਕਬਜ਼ੇ ਹੋ ਗਏ, ਸਾਡੇ ਜਥੇਦਾਰ ਸਹਿਬਾਨਾਂ ਦੇ ਨਾਲ ਇਸ ਤਰ੍ਹਾਂ ਦਾ ਸਲੂਕ ਕੀਤਾ ਜਾਣ ਲੱਗਿਆ, ਫਿਰ ਉਹਨਾਂ ਨੂੰ ਕੋਈ ਕੁਝ ਸਮਝੇਗਾ ਹੀ ਨਹੀਂ। ਕੌਮ ਕਿਉਂ ਉਹਨਾਂ ਨੂੰ ਕੁਝ ਸਮਝੇਗੀ? ਵੀ ਜੇਕਰ ਤੁਸੀਂ ਅਜਿਹਾ ਕਰਨਾ, ਤੁਹਾਡੀਆਂ ਹੀ ਕੀਤੀਆਂ ਹੋਈਆਂ ਕੀਤੇ ਹੋਏ ਕਾਰਨਾਮੇ ਨੇ, ਕਾਰੇ ਨੇ ਕਿ ਅੱਜ ਸਾਡਾ ਧਰਮ ਇਸ ਤਰ੍ਹਾਂ ਦੇ ਨਾਲ ਨਿਘਾਰ ਤੇ ਵੱਧ ਜਾ ਰਿਹਾ। ਐਸਜੀਪੀਸੀ ਦਾ ਕਰਮ ਕੀ ਹੁੰਦਾ ਹੈ ਕਿ ਗੁਰਦੁਆਰਾ ਦੀ ਸੇਵਾ ਸੰਭਾਲ ਕਰੇ, ਪ੍ਰਬੰਧ ਕਰੇ। ਜਥੇਦਾਰ ਸਾਹਿਬ ਨੇ ਤਾਂ ਸਿਰਫ ਸਵਾਲ ਖੜੇ ਕੀਤੇ ਸੀ ਕਿ ਮਾਲੀ ਗੁਰਦੁਆਰਾ ਅੰਬ ਸਾਹਿਬ ਦੀ ਜ਼ਮੀਨ ਦੇ ਵਿੱਚ ਘੁਟਾਲਾ ਹੋਇਆ ਹੈ, ਗੋਲਕ ਦੀ ਮਾਇਆ ਨੂੰ ਲੈ ਕੇ ਘੁਟਾਲਾ ਕੀਤਾ ਹੈ, 328 ਰੂਪਾਂ ਦੇ ਮਾਮਲੇ ਦੇ ਵਿੱਚ 328 ਰੂਪਾਂ ਨੂੰ ਲੈ ਕੇ ਐਸਜੀਪੀਸੀ ਦੇ ਕੋਲ ਕੋਈ ਸੰਤੁਸ਼ਟੀਜਨਕ ਜਵਾਬ ਹੀ ਨਹੀਂ। ਸੁੱਕੀਆਂ ਰੋਟੀਆਂ ਦੇ ਲਈ ਵੀ ਘਪਲੇ ਕੀਤੇ ਗਏ ਨੇ ਐਸਜੀਪੀਸੀ ਤੇ, ਇਹ ਇਲਜ਼ਾਮ ਉਹਨਾਂ ਨੇ ਲਾਏ ਸੀ। ਤਾਂ ਐਸਜੀਪੀਸੀ ਨੇ ਆਖਿਆ ਸੀ ਕਿ ਸਾਨੂੰ ਪ੍ਰੂਫ ਦਿਓ। 15 ਦਿਨਾਂ ਦਾ ਸਮਾਂ ਦਿੱਤਾ ਸੀ, ਨਹੀਂ ਤਾਂ ਐਸਜੀਪੀਸੀ ਕਾਰਵਾਈ। ਗਿਆਨੀ ਸਾਹਿਬ ਨੇ ਕੋਈ ਸਬੂਤ ਨਹੀਂ ਦਿੱਤਾ ਤਾਂ ਐਸਜੀਪੀਸੀ ਨੇ ਗਿਆਨੀ ਸਾਹਿਬ ਨੂੰ ਉਹਨਾਂ ਦੇ ਹੀ ਹੈਡ ਗ੍ਰੰਥੀ ਦੇ ਅਹੁਦੇ ਤੋਂ ਜਬਰੀ ਹਟਾ ਦਿੱਤਾ। ਪਰ ਜਿੰਨਾ ਚਿਰ ਆਪਣੀ ਸ਼ਿਫਟਿੰਗ ਨਹੀਂ ਸੀ ਕਰਦੇ, 2 ਮਹੀਨਿਆਂ ਦਾ ਸਮਾਂ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਜੇਕਰ ਕੋਈ ਨੌਕਰੀ ਤੋਂ ਕੱਟਿਆ ਜਾਂਦਾ ਹੈ ਜਾਂ ਰੱਖਿਆ ਜਾਂਦਾ ਹੈ, 2 ਮਹੀਨੇ ਦਾ ਸਮਾਂ ਪੂਰਾ ਨਹੀਂ ਸੀ ਹੋਇਆ, ਉਸ ਤੋਂ ਪਹਿਲਾਂ ਹੀ ਸ਼ਿਫਟ ਕਰਨ ਲੱਗੇ ਸੀ, ਤਾਂ ਗਿਆਨੀ ਰਘਬੀਰ ਸਿੰਘ ਨੇ ਆਖਿਆ ਕਿ ਉਹਨਾਂ ਦੇ ਨਿੱਜੀ ਸਮਾਨ ਦੀ ਤਲਾਸ਼ੀ ਲੈ ਕੇ, ਜੋ ਬਿਲਕੁਲ ਗਲਤ ਹੈ, ਜੋ ਰੂਲਸ ਦੇ ਮੁਤਾਬਕ ਹੈ ਹੀ ਨਹੀਂ, ਉਹਨਾਂ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ। ਜਿਹਾ ਕਰਕੇ ਇਹ ਦਿਖਾਇਆ ਗਿਆ ਕਿ ਅਸੀਂ ਕੁਝ ਵੀ ਕਰ ਸਕਦੇ ਹਾਂ, ਤੁਸੀਂ ਸਾਡੇ ਸਾਹਮਣੇ ਕੁਝ ਵੀ ਨਹੀਂ। ਉਹ ਦੇਖਿਆ ਕਿ ਤੁਸੀਂ ਜਦੋਂ ਸੀ, ਤੁਸੀਂ ਆਪਣਾ ਹੁਕਮ ਚਲਾਇਆ ਤੇ ਹੁਣ ਤੁਸੀਂ ਸਾਡਾ ਹੁਕਮ ਦੇ। ਪਰ ਅਜਿਹਾ ਕਰਨਾ ਗੈਰ ਵਾਜਬ ਸੀ, ਇਹ ਸਹੀ ਨਹੀਂ ਸੀ, ਇਹ ਗਲਤ ਸੀ, ਬਿਲਕੁਲ ਗਲਤ ਸੀ। ਜੋ ਗਿਆਨੀ ਸਾਹਿਬ ਕਹਿ ਰਹੇ ਨੇ ਜੋ ਸੱਚ ਹੈ, ਤਾਂ ਬਿਲਕੁਲ ਜੋ ਹੋਇਆ ਉਹ ਗਲਤ ਹੈ, ਸ਼ਰਮਿੰਦਾ ਕਰਨ ਵਾਲੀਆਂ ਚੀਜ਼ਾਂ ਨੇ। ਅਸੀਂ ਲੋਕਾਂ ਨੂੰ ਕੀ ਦੱਸਾਂਗੇ ਕਿ ਸਾਡੀ ਕੌਮ, ਸਾਡੀ ਐਸਜੀਪੀਸੀ ਸਾਡੇ ਜਥੇਦਾਰਾਂ ਦੇ ਨਾਲ ਅਜਿਹਾ ਸਲੂਕ ਕਰਦੀ ਹੈ? ਉਹ ਜਥੇਦਾਰ ਜੋ ਕੌਮ ਦੇ ਆਈਡਲ ਨੇ, ਆਦਰਸ਼ ਮੰਨੇ ਜਾਂਦੇ ਨੇ, ਜਿਨ੍ਹਾਂ ਨੇ ਕੌਮ ਦੇ ਲਈ ਫੈਸਲੇ ਸੁਣਾਉਣੇ ਹੁੰਦੇ ਨੇ, ਫਸੀਲ ਤੋਂ ਫੈਸਲੇ ਸੁਣਾਉਂਦੇ ਨੇ, ਅੱਜ ਉਹਨਾਂ ਦੇ ਨਾਲ ਅਜਿਹਾ ਹੋਇਆ ਤਾਂ ਕੱਲ ਨੂੰ ਜਥੇਦਾਰ ਸਾਹਿਬ ਦਾ ਫੈਸਲਾ ਮੰਨੇਗਾ ਵੀ। ਫਿਰ ਐਸਜੀਪੀਸੀ ਨਹੀਂ ਰੌਲਾ ਪਾਉਣਾ
ਐਸਜੀਪੀਸੀ ਕੀ ਸਾਬਤ ਕਰਨ ਤੇ ਲੱਗੀ ਹੋਈ ਕਿ ਇਹ ਹੁਕਮ ਹੈ ਜਿਹੜਾ ਪ੍ਰਧਾਨ ਧਾਮੀ ਦੇ ਵੱਲੋਂ ਕੀਤਾ ਗਿਆ ਸੀ, ਜਾਂ ਫਿਰ ਪ੍ਰਧਾਨ ਧਾਮੀ ਨੂੰ ਕਿਸੇ ਨੇ ਅਜਿਹਾ ਹੁਕਮ ਦਿੱਤਾ ਸੀ ਕਿ ਤੁਸੀਂ ਅਜਿਹਾ ਕਰ ਲਓ। ਅਜਿਹਾ ਕਿਉਂ ਕੀਤਾ ਗਿਆ, ਕਿਹਦੇ ਕਹਿਣ ਤੇ ਕੀਤਾ ਗਿਆ? ਸਭ ਤੋਂ ਵੱਡਾ ਤਾਂ ਸਵਾਲ ਇਹੀ ਹੈ। ਗਿਆਨੀ ਸਾਹਿਬ ਨੇ ਤਾਂ ਸੁਖਬੀਰ ਸਿੰਘ ਬਾਦਲ ਤੇ ਉਂਗਲ ਕਰ ਦਿੱਤੀ ਹੈ ਕਿ ਉਹਨਾਂ ਦੇ ਕਹਿਣ ਤੇ ਅਜਿਹਾ ਹੋਇਆ ਹੈ। ਕਿ ਵਾਕਿਆ ਹੀ ਸੁਖਬੀਰ ਬਾਦਲ ਇੰਨੇ ਵੇਲੇ ਨੇ ਕਿ ਉਹ ਅਜਿਹਾ ਕੁਝ ਕਰਵਾ ਰਹੇ ਨੇ? ਕਿ ਸੁਖਬੀਰ ਬਾਦਲ ਦੀ ਸੋਚ ਇੰਨੀ ਗਿਰ ਗਈ ਹੈ ਕਿ ਉਹ ਅਜਿਹਾ ਕਰਵਾ ਰਹੇ ਹੈ? ਕਿ ਵਾਕਿਆ ਹੀ ਅਜਿਹਾ ਉਹਨਾਂ ਨੇ ਕੀਤਾ ਹੈ? ਇਹ ਸਵਾਲ ਹੈ। ਜੇਕਰ ਸੁਖਬੀਰ ਨੇ ਅਜਿਹਾ ਕੁਝ ਨਹੀਂ ਕੀਤਾ ਤਾਂ ਉਹਨਾਂ ਨੂੰ ਵੀ ਆ ਕੇ ਆਪਣੀ ਸਟੇਟਮੈਂਟ ਦੇਣੀ ਚਾਹੀਦੀ। ਐਸਜੀਪੀਸੀ ਨੇ ਕਿਸ ਦੇ ਕਹਿਣ ਤੇ ਕੀਤਾ? ਫਿਰ ਐਸਜੀਪੀਸੀ ਆਪਣਾ ਜਵਾਬ ਦੇ, ਸੇਵਾ ਸਮਾਨ ਤੇ ਅਪਮਾਨ। ਐਸਜੀਪੀਸੀ ਕਹਿੰਦੀ ਹੈ ਜਿਸ ਤਾਂ ਕੁਝ ਕੀਤਾ ਹੀ ਨਹੀਂ, ਅਸੀਂ ਤਾਂ ਰੂਲਸ ਫੋਲੋ ਕੀਤੇ ਨਹੀਂ। ਫਿਰ ਭਾਈ ਦੋਨੋਂ ਜਾਣੇ ਲਾਈਵ ਆ ਜਾਓ, ਲੋਕਾਂ ਨੂੰ, ਕੌਮ ਨੂੰ, ਸੰਗਤ ਨੂੰ ਸੱਚ ਪਤਾ ਚੱਲ ਜਾਏਗਾ ਕਿ ਤੁਸੀਂ ਸਵਾਲ ਜਵਾਬ ਕਰੋ। ਉਹ ਤੁਸੀਂ ਕਰਨਾ ਹੈ। ਕਿਸੇ ਗੱਲ ਤੇ ਖਰੇ ਉਤਰ। ਚੈੱਕ ਕੀਤਾ ਨਿੱਜੀ ਸਮਾਨ, ਸ਼੍ਰੋਮਣੀ ਕਮੇਟੀ ਦਾ ਕੀ ਨੁਕਸਾਨ? ਸ਼੍ਰੋਮਣੀ ਕਮੇਟੀ ਦਾ ਕੋਈ ਨੁਕਸਾਨ ਹੋਇਆ ਸੀ ਕਿ ਗਿਆਨੀ ਸਾਹਿਬ ਦਾ ਨਿੱਜੀ ਸਮਾਨ ਵੀ ਚੈੱਕ ਕਰਨਾ ਪਿਆ? ਰੋਕਾਂ ਦਾ ਨਵਾਂ ਵਿਧਾਨ, ਪ੍ਰਧਾਨ ਧਾਮੀ ਤੋਂ ਜਾਰੀ ਫਰਮਾਨ। ਕਿ ਹਰਜਿੰਦਰ ਸਿੰਘ ਧਾਮੀ ਨੇ ਨਵਾਂ ਹੁਕਮ ਜਾਰੀ ਕੀਤਾ ਹੈ ਕਿ ਜਦੋਂ ਜਥੇਦਾਰ ਸਾਹਿਬ ਜਾਣ ਤਾਂ ਉਹਨਾਂ ਦਾ ਨਿੱਜੀ ਸਮਾਨ ਚੈੱਕ ਕੀਤਾ ਜਾਵੇ, ਉਹਨਾਂ ਦੇ ਕੱਪੜੇ ਚੈੱਕ ਕੀਤੇ ਜਾਣ। ਐਸਜੀਪੀਸੀ ਦੇ ਮੁਲਾਜ਼ਮ ਉਹਨਾਂ ਦੇ ਕੱਪੜਿਆਂ ਚੋਂ ਕੀ ਲੱਭ ਰਹੇ ਸੀ? ਮੈਂ ਵਾਰ-ਵਾਰ ਸਵਾਲ ਹੀ ਕਰ, ਭਾਈ ਕਿਸੇ ਕੱਪੜੇ ਫਰੋਲਣ ਨੇ ਗਲਤ ਚੀਜ਼ ਹੈ? ਕੱਪੜੇ ਨਿੱਜੀ ਹੁੰਦੇ ਨੇ, ਬੇਹੱਦ ਪਰਸਨਲ ਹੁੰਦੇ ਨੇ, ਕੱਪੜੇ ਕਿਉਂ ਫਰੋਲੇਗੇ ਉਹਨਾਂ ਦੇ ਤੇ ਉਹਨਾਂ ਦੇ ਪਰਿਵਾਰ ਦੇ? ਕਿ ਇਹ ਗਲਤ ਨਹੀਂ ਹੈ? ਤੁਹਾਨੂੰ ਇਹ ਗਲਤ ਨਹੀਂ ਲੱਗਿਆ? ਇਸ ਤਰ੍ਹਾਂ ਜਲੀਲ ਕਰਨਾ ਬਹੁਤ ਗਲਤ ਹੈ। ਜੋ ਕੁਝ ਹੋਇਆ ਹੈ ਉਹ ਕੋਈ ਆਮ ਮੁਲਾਜ਼ਮ ਤੇ ਹੈ ਨਹੀਂ ਸੀ ਜਿਸ ਦੀ ਜਾਨ ਵੇਲੇ ਤਲਾਸ਼ੀ ਲੈ ਲਈ ਗਈ। ਉਹ ਇੱਕ ਜਥੇਦਾਰ ਸੀ। ਇੱਕ ਬਹੁਤ ਵੱਡਾ ਅਹੁਦਾ ਹੁੰਦਾ ਜਥੇਦਾਰੀ। ਜਥੇਦਾਰੀ ਨਿਭਾਉਣੀ ਸੌਖੀ ਨਹੀਂ ਹੈ। ਇਹ ਸਵਾਵਾਂ ਦੇਣੀਆਂ ਸੌਖੀਆਂ ਨਹੀਂ ਹੈ। ਕੌਮ ਨੂੰ ਜਵਾਬ ਦੇਣੇ ਹੁੰਦੇ ਨੇ, ਕੌਮ ਦੇ ਸਾਹਮਣੇ ਆਈਡਲ ਬਣਨਾ ਹੁੰਦਾ ਹੈ। ਤੇ ਗਿਆਨੀ ਸਾਹਿਬ ਨੇ ਉਹ ਕੀਤਾ। ਹੁਣ ਜੋ ਐਸਜੀਪੀਸੀ ਨੇ ਕੀਤਾ ਉਹ ਕਿੰਨਾ ਕੁ ਸਹੀ ਹੈ ਤੁਸੀਂ ਦੱਸ ਸਕਦੇ ਹੋ ਕਿ ਇਹ ਗਲਤ ਹੈ, ਸਹੀ ਹੈ? ਬੇਅਦਬੀ ਕਾਨੂੰਨ ਦੀ ਹਿਮਾਇਤ ਕਿਹੜੀ ਸ਼ਿਕਾਇਤ? ਬੇਅਦਬੀ ਕਾਨੂੰਨ ਦੀ ਹਿਮਾਇਤ ਕੀਤੀ ਤਾਂ ਸਰਕਾਰ ਨੂੰ, ਤਾਂ ਇਸ ਤੇ ਲੈ ਕੇ ਐਸਜੀਪੀਸੀ ਨੂੰ ਕੀ ਸ਼ਿਕਾਇਤ ਹੋਊਗੀ? ਕਾਨੂੰਨ ਦੀ ਵਡਿਆਈ ਕਰ ਦਿੱਤੀ ਤਾਂ ਐਸਜੀਪੀਸੀ ਨੇ ਕੀ ਵਾਕਿਆ ਹੀ ਕਾਰਵਾਈ ਕਰ ਦਿੱਤੀ? ਕਿ ਐਸਜੀਪੀਸੀ ਕਾਨੂੰਨ ਦੀ ਵਡਿਆਈ ਜਥੇਦਾਰ ਸਾਹਿਬ ਨੂੰ ਕਰਨੀ ਮਹਿੰਗੀ ਪਈ ਹੈ? ਇਹ ਸਵਾਲ ਹੈ ਜਿਹੜਾ ਖੜਾ। ਤੁਸੀਂ ਵੀ ਜੇਕਰ ਆਵਾਜ਼ ਨਹੀਂ ਚੁੱਕੋਗੇ ਤਾਂ ਅਜਿਹਾ ਏਦਾਂ ਹੀ ਚੱਲਦਾ ਰਹਿਣਾ। ਹੁਣ ਸਮਾਂ ਹੈ ਕਿ ਕੌਮ, ਸੰਗਤ ਆਪਣੀ ਆਵਾਜ਼ ਚੁੱਕੇ। ਅੱਜ ਜ਼ਰੂਰਤ ਹੈ ਸੰਗਤ ਨੂੰ ਆਵਾਜ਼ ਚੁੱਕਣ ਦੀ। ਇਹ ਤਦ ਹੀ ਜਾ ਕੇ ਚੀਜ਼ਾਂ ਸੁਲਝਣਗੀਆਂ, ਨਹੀਂ ਤੇ ਚੀਜ਼ਾਂ ਇੰਜ ਹੀ ਰਹਿਣਗੀਆਂ। ਜੇਕਰ ਅਸੀਂ ਆਪਣੀ ਆਣ ਬਾਣ ਸ਼ਾਨ ਸ੍ਰੀ ਅਕਾਲ ਤਖਤ ਸਾਹਿਬ, ਜਥੇਦਾਰ ਸਾਹਿਬਾਂ ਦੇ ਮਾਨ ਨੂੰ ਬਚਾਉਣਾ ਚਾਹੁੰਦੇ ਹਾਂ ਤਾਂ ਅੱਜ ਸਾਨੂੰ ਬੋਲਣਾ ਪਏਗਾ। ਇਸ ਗੱਲ ਦੀ ਤਹਿ ਤੱਕ ਜਾਣਾ ਪਏਗਾ ਕਿ ਸਭ ਕੁਝ ਕਿਉਂ ਹੋਇਆ, ਇਸ ਦੇ ਵਿੱਚ ਕੀ ਸੱਚਾਈ ਹੈ, ਲੋਕ ਕੀ ਸੋਚਦੇ ਨੇ ਜੋ ਕੁਝ ਹੋਇਆ, ਇਹ ਸਭ ਦੇ ਬਾਰੇ। ਸਵਾਲ ਬਿਲਕੁਲ ਸਿੰਪਲ ਜਿਹਾ ਹੈ ਕਿ ਕਦੇ ਕਿਸੇ ਹੋਰ ਧਰਮ ਦੇ ਵਿੱਚ ਰੈਬਰਾਂ ਦੀ ਇਨਸਲਟ ਹੁੰਦੀ ਤੁਸੀਂ ਤਾਂ ਦੇਖੀ? ਕਿ ਕਿਸੇ ਹੋਰ ਧਰਮ ਦੇ ਲੋਕ ਆਪਣੇ ਉੱਚ ਅਹੁਦਿਆਂ ਤੇ ਬੈਠੇ ਲੋਕਾਂ ਦੇ ਨਾਲ ਇਸ ਤਰ੍ਹਾਂ ਦਾ ਸਲੂਕ ਕਰਦੇ ਨੇ? ਮੈਂ ਤੇ ਕਦੇ ਨਹੀਂ ਦੇਖਿਆ। ਜੇ ਤੁਸੀਂ ਕਿਸੇ ਨੇ ਦੇਖਿਆ ਤਾਂ ਪਲੀਜ਼ ਜ਼ਰੂਰ ਦੱਸੋ। ਜੇ ਸੁਣਿਆ ਹੈ ਤਾਂ ਵੀ ਦੱਸੋ। ਫਿਲਹਾਲ ਅੱਜ ਦੇ ਮੁੱਦੇ ਦੇ ਵਿੱਚ ਨਹੀਂ, ਤੁਸੀਂ ਬਣੇ ਰਹੋ ਜਸਟ ਟੀਵੀ ਨਾਲ। ਇਜਾਜ਼ਤ ਦਿਓ। ਸਤਿ ਸ੍ਰੀ ਅਕਾਲ।